ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸ਼ਨ ਸੋਏ। ਹਾਂਜੀ। ਭਇਓ ਪ੍ਰਭਾਤ ਪ੍ਰਕਾਸ਼ ਤਬ ਸ਼ੁਭ ਬਸਤਰ ਸਜਾਏ। ਸ਼ਸਤਰ ਸਿਪਰ ਕਟ ਧਾਰ ਕੈ ਵੱਡ ਸਭਾ ਲਗਾਏ। ਭਇਓ ਪ੍ਰਭਾਤ ਪ੍ਰਕਾਸ਼ ਤਬ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਯਾਮੀ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਡੇ ਸਾਰਿਆਂ ਦੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਡੀ ਨਿਵਾਜੀ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਗੁਰੂ ਜੀ ਦੇ ਚਰਨਾਂ ਵਿੱਚ ਜੁੜ ਕੇ ਬੈਠੇ ਹੋ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਛੇਵੇਂ ਪਾਤਸ਼ਾਹ ਜੀ ਦੀ ਲੜੀਵਾਰ ਕਥਾ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਅੱਜ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਪਵਿੱਤਰ ਦਿਹਾੜਾ ਵੀ ਹੈ। ਅੱਜ ਦੇ ਦਿਨ ਗੁਰੂ ਜੀ ਨੇ ਮਹਾਨ ਪਵਿੱਤਰ ਸਿੱਖ ਪੰਥ ਦੇ ਪਹਿਲੇ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ। ਮਹਾਰਾਜ ਜੀ ਨੇ ਤਖਤ ਸਾਹਿਬ ਆਪ ਬਣਾਇਆ। ਕਿਸੀ ਰਾਜ ਨਹਿ ਹੱਥ ਲਗਾਇਓ ਬੁੱਢਾ ਗੁਰਦਾਸ ਬਣਾਇਓ। ਕਿਸੇ ਵੀ ਰਾਜ ਭਾਵ ਕਿਸੇ ਰਾਜ ਮਿਸਤਰੀ ਨੂੰ ਹੱਥ ਨਹੀਂ ਲਾਉਣ ਦਿੱਤਾ, ਕਿਉਂਕਿ ਅਕਾਲ ਤਖਤ ਹੈ। ਤਖਤ ਅਕਾਲ ਦਾ ਬਣਾਇਆ ਹੈ। ਜਿਹੜੇ ਕਾਲ ਵਸ ਹਨ ਹਜ਼ੂਰ ਮਹਾਰਾਜ ਨੇ ਉਹਨਾਂ ਨੂੰ ਹੱਥ ਨਹੀਂ ਲਾਉਣ ਦਿੱਤਾ। ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਅਕਾਲ ਨਾਲ ਜੁੜੇ ਹੋਏ ਗੁਰਮੁਖ ਪਿਆਰੇ ਹਨ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਉਸੇ ਅਕਾਲ ਦਾ ਰੂਪ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੋ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਅੱਜ ਹਜ਼ੂਰ ਮਹਾਰਾਜ ਜੀ ਨੇ ਅੱਜ ਦੇ ਦਿਨ ਕੀਤੀ ਸੀ। ਪਹਿਲਾਂ ਇਹਨੂੰ ਅਕਾਲ ਬੁੰਗਾ ਵੀ ਕਹਿੰਦੇ ਸਨ, ਪਰ ਬਾਅਦ ਵਿੱਚ ਅਕਾਲ ਤਖਤ ਇਹਦਾ ਨਾਮ ਜੋ ਹੈ ਉਹ ਪ੍ਰਚਲਿਤ ਹੋਇਆ।
ਸੋ ਅੱਜ ਦੇ ਦਿਨ ਹਜੂਰ ਮਹਾਰਾਜ ਜੀ ਨੇ ਮਹਾਨ ਪਵਿੱਤਰ ਤਖਤ ਦੀ ਸਿਰਜਣਾ ਕੀਤੀ। ਬੜੇ ਪਿਆਰ ਨਾਲ ਸਾਰੀ ਸੰਗਤ ਕਹੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਹੁਣ ਆਪਾਂ ਲੜੀਵਾਰ ਕਥਾ ਵਿੱਚ ਸੁਰਤੀਆਂ ਜੋੜੀਏ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀਨ ਦੁਨੀਆ ਨੂੰ ਧਾਰ ਰਹੇ ਹਨ। ਰਾਏ ਜੋਧ ਦੇ ਨਗਰ ਦੀਨੇ ਕਾਂਗੜ ਮਹਾਰਾਜ ਪਹੁੰਚੇ। ਉੱਥੇ ਰਾਣੀ ਰਹਿੰਦੀ ਹੈ, ਰਾਏ ਜੋਧ ਦੀ ਪਤਨੀ। ਰਾਏ ਜੋਧ ਦੀ ਪਤਨੀ ਨੇ ਵੇਖਿਆ ਵੀ ਮੇਰਾ ਪਤੀ ਜਦੋਂ ਘਰ ਆਇਆ, ਰਾਏ ਜੋਧ ਦੀ ਪਤਨੀ ਨੇ ਪੁੱਛਿਆ, ਪਤੀ ਜੀ ਤੁਸੀਂ ਇੰਨੇ ਦਿਨ ਛੇਵੇਂ ਪਾਤਸ਼ਾਹ ਜੀ ਦੇ ਨਾਲ ਰਹੇ ਹੋ, ਮਹਾਰਾਜ ਜੀ ਦਾ ਜਸ ਤੁਸੀਂ ਦੇਖਿਆ ਹੈ, ਦੱਸੋ ਕੀ ਅਨੁਭਵ ਕੀਤਾ ਹੈ। ਰਾਏ ਜੋਧ ਬੜੇ ਹੀ ਪਿਆਰ ਨਾਲ ਆਪਣੀ ਘਰ ਵਾਲੀ ਪਤਨੀ ਰਾਣੀ ਨੂੰ ਕਹਿਣ ਲੱਗਾ, ਰਾਣੀ ਮੈਂ ਮਹਾਰਾਜ ਜੀ ਦੇ ਨਾਲ ਰਿਹਾ ਹਾਂ, ਜੰਗ ਦੇ ਮੈਦਾਨ ਵਿੱਚ ਰਹਿ ਕੇ ਗੁਰੂ ਜੀ ਦੀ ਸੇਵਾ ਵੀ ਕੀਤੀ ਹੈ। ਜੋ ਮੈਂ ਮਹਿਸੂਸ ਕੀਤਾ ਹੈ ਉਹ ਮੈਂ ਤੈਨੂੰ ਦੱਸ ਦਿੰਦਾ ਹਾਂ। ਛੇਵੇਂ ਪਾਤਸ਼ਾਹ ਜੀ ਵਰਗਾ ਕੁੱਲ ਦੁਨੀਆ ਉੱਤੇ ਦੂਜਾ ਕੋਈ ਨਹੀਂ ਹੈ। ਰਾਣੀ ਮਨੁੱਖ ਤਾਂ ਛੱਡ, ਦੇਵਤੇ ਵੀ ਮਹਾਰਾਜ ਜੀ ਦੇ ਹੁਕਮ ਵਿੱਚ ਚੱਲਦੇ ਹਨ। ਹਰ ਸਮੇਂ ਦੇਵਤੇ ਉਹਨਾਂ ਦੇ ਅੱਗੇ ਹੱਥ ਜੋੜ ਕੇ ਖਲੋਤੇ ਹੁੰਦੇ ਹਨ। ਬੜੀਆਂ ਸਿਫਤਾਂ ਕੀਤੀਆਂ, ਸ਼ੋਭਾ ਕੀਤੀ। ਫਿਰ ਰਾਣੀ ਮਹਾਰਾਜ ਗਰੀਬ ਨਵਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਹੈ। ਜਦੋਂ ਰਾਏ ਜੋਧ ਦੀ ਪਤਨੀ ਰਾਣੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਈ, ਬੜੇ ਪਿਆਰ ਨਾਲ ਗੁਰੂ ਜੀ ਦੇ ਚਰਨਾਂ ਦੇ ਵਿੱਚ ਸਿਰ ਝੁਕਾਇਆ। ਸਿਰ ਝੁਕਾ ਕੇ ਜਦੋਂ ਨਮਸਕਾਰ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨੂੰ ਅਸ਼ੀਰਵਾਦ ਦਿੱਤਾ। ਮਹਾਰਾਜ ਕਹਿਣ ਲੱਗੇ, ਤੂੰ ਦੋਵਾਂ ਲੋਕਾਂ ਦੀ ਸੁਹਾਗਣ ਹੈ, ਇੱਕ ਲੋਕ ਦੀ ਸੁਹਾਗਣ ਨਹੀਂ ਹੈ, ਤੂੰ ਦੋਵਾਂ ਲੋਕਾਂ ਦੀ ਸੁਹਾਗਣ ਹੈ। ਇਹ ਬਚਨ ਮਹਾਰਾਜ ਜੀ ਨੇ ਕੀਤੇ। ਰਾਏ ਜੋਧ ਦੀ ਪਤਨੀ ਕਹਿਣ ਲੱਗੀ, ਮਹਾਰਾਜ ਅਸੀਂ ਤਾਂ ਸੇਵਕ ਹਾਂ ਤੁਹਾਡੇ, ਮੇਰੇ ਪਤੀ ਪਾਸੋਂ ਤੁਸੀਂ ਸੇਵਾ ਲਈ ਹੈ, ਕਰਨ ਕਰਾਉਣ ਵਾਲੇ ਸਤਿਗੁਰੂ ਜੀ ਤੁਸੀਂ ਆਪ ਹੋ, ਤੁਸੀਂ ਆਪ ਮਾਲਕ ਹੋ ਮਹਾਰਾਜ। ਸੋ ਸੰਗਤ ਜੀ ਇੱਥੋਂ ਤੱਕ ਆਪ ਜੀ ਨੇ ਕਥਾ ਸਰਵਣ ਕੀਤੀ। ਹੁਣ ਅੱਗੋਂ ਮਹਾਰਾਜ ਜੀ ਦੀ ਕਥਾ ਸਰਵਣ ਕਰੀਏ। ਹਜੂਰ ਮਹਾਰਾਜ ਦੀਨੇ ਕਾਂਗੜ ਦੀ ਧਰਤੀ ਦੇ ਉੱਤੇ, ਜਿਹਨੂੰ ਉਸ ਸਮੇਂ ਕਾਂਗੜਪੁਰ ਕਿਹਾ ਜਾਂਦਾ ਸੀ, ਮਹਾਰਾਜ ਬਾਰ-ਬਾਰ ਆ ਕੇ ਬੈਠੇ ਹੋਏ ਹਨ। ਅੱਗੋਂ ਹੁਣ ਆਪਾਂ ਕਥਾ ਸਰਵਣ ਕਰੀਏ। ਪਿਆਰ ਨਾਲ ਗੱਜ ਕੇ ਸਾਰੀ ਸੰਗਤ ਆਖੋ, ਸਤਿਨਾਮ। ਫਿਰ ਆਖੋ ਜੀ, ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਭਇਓ ਪ੍ਰਭਾਤ ਪ੍ਰਕਾਸ਼ ਤਬ। ਭਇਓ ਪ੍ਰਭਾਤ ਪ੍ਰਕਾਸ਼ ਤਬ। ਮਹਾਰਾਜ ਗਰੀਬ ਨਵਾਜ ਫਿਰ ਆਰਾਮ ਕਰਨ ਲੱਗ ਪਏ। ਫਿਰ ਅੰਮ੍ਰਿਤ ਵੇਲਾ ਹੋਇਆ, ਦਿਨ ਚੜ੍ਹ ਗਿਆ। ਸ਼ੁਭ ਬਸਤਰ ਸਜਾਏ। ਮਹਾਰਾਜ ਗਰੀਬ ਨਵਾਜ ਜੀ ਨੇ ਆਪਣੇ ਤਨ ਉੱਤੇ ਸੋਹਣੇ ਬਸਤਰ ਜਿਹੜੇ ਆ ਉਹ ਸਜਾ ਲਏ। ਸ਼ਸਤਰ ਸਿਪਰ ਕਟ ਧਾਰ ਕੇ। ਮਹਾਰਾਜ ਜੀ ਨੇ ਫਿਰ ਸ਼ਸਤਰ ਵੀ ਧਾਰਨ ਕੀਤੇ ਆ, ਸ੍ਰੀ ਸਾਹਿਬ ਸਜਾਈ ਹੈ। ਆਪਣੇ ਮਹਾਰਾਜ ਜੀ ਨੇ ਮੋਢਿਆਂ ਦੇ ਉੱਤੇ ਢਾਲ ਸਜਾਈ ਹੈ। ਵੱਡ ਸਭਾ ਲਗਾਏ। ਸ਼ਸਤਰ ਬਸਤਰ ਸਜਾ ਕੇ, ਕਲਗੀ ਸਜਾ ਕੇ ਮਹਾਰਾਜ ਦੀਵਾਨ ਵਾਲੇ ਅਸਥਾਨ ਤੇ ਆ ਗਏ, ਭਾਵ ਸੰਗਤ ਵਿੱਚ ਆ ਗਏ। ਪੁਰ ਕੀ ਗ੍ਰਾਮਨ ਅਨਕ ਕੀ। ਲਾਗੇ ਲਾਗੇ ਸ਼ਹਿਰਾਂ ਦੀਆਂ, ਹੋਰ ਪਿੰਡਾਂ ਦੀਆਂ ਸੁਨ ਸੰਗਤ ਆਈ। ਸੰਗਤਾਂ ਆਉਣ ਲੱਗ ਪਈਆਂ। ਜਿਨ੍ਹਾਂ ਨੂੰ ਪਤਾ ਲੱਗਾ ਵੀ ਛੇਵੇਂ ਪਾਤਸ਼ਾਹ ਮਹਾਰਾਜ ਆਏ ਹਨ, ਉਹ ਫਿਰ ਪਿੰਡਾਂ ਦੀਆਂ, ਸ਼ਹਿਰਾਂ ਦੀਆਂ ਸੰਗਤਾਂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਵਾਸਤੇ ਆਉਣ ਲੱਗੀਆਂ। ਦੁਗਧ ਦਹੀ ਕ੍ਰਿਤ ਆਦ ਗਨ। ਤੇ ਉਸ ਸਮੇਂ ਸੰਗਤਾਂ ਨਾ ਦੁੱਧ ਲੈ ਕੇ ਆਉਂਦੀਆਂ ਸਨ। ਕੋਈ ਦੁੱਧ ਲੈ ਕੇ ਆਉਂਦਾ, ਕੋਈ ਦਹੀਂ ਲੈ ਕੇ ਆਉਂਦਾ।
ਹਾਂਜੀ। ਉਪਹਾਰ ਨ ਲਿਆਈ। ਦੁੱਧ ਦਹੀਂ ਘਰਿਤ, ਕਈ ਫਿਰ ਘਿਓ ਵੀ ਲੈ ਕੇ ਆਏ ਜੀ। ਸੋ ਦੁੱਧ ਦਹੀਂ ਘਿਓ ਇਹ ਵਸਤੂਆਂ ਭੇਟਾਂ ਦੇ ਰੂਪ ਦੇ ਵਿੱਚ ਸੰਗਤਾਂ ਛੇਵੇਂ ਪਾਤਸ਼ਾਹ ਜੀ ਦੇ ਕੋਲ ਲੈ ਕੇ ਆਉਣ ਲੱਗੀਆਂ। ਚਾਮਰ ਚਾਰ ਮਰਾਲ ਸਮ। ਤੇਜ਼ ਕਰ ਦਿਓ। ਹਾਂਜੀ। ਚਾਮਰ ਚਾਰ ਮਰਾਲ ਸਮ, ਤੁਰਤੋ ਦੁੱਤ ਪਾਵੈ। ਮਹਾਰਾਜ ਗਰੀਬ ਨਵਾਜ ਜੀ ਦੇ ਸੀਸ ਉੱਤੇ ਚੌਰ ਸਾਹਿਬ ਹੋ ਰਿਹਾ ਜੀ। ਚੌਰ ਸਾਹਿਬ ਕਰਨ ਵਾਲਾ ਸਿੱਖ ਬੜੇ ਪਿਆਰ ਨਾਲ ਮਹਾਰਾਜ ਜੀ ਨੂੰ ਚੌਰ ਸਾਹਿਬ ਕਰ ਰਿਹਾ ਜੀ। ਹਾਂਜੀ। ਖਰੇ ਹਜ਼ਾਰੋਂ ਜੋਰ ਕਰ, ਸ਼੍ਰੀ ਮੁਖ ਦਰਸਾਵੈ। ਹਜ਼ਾਰਾਂ ਸੰਗਤਾਂ ਕਾਂਗੜਪੁਰ ਪਹੁੰਚ ਗਈਆਂ ਤੇ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੋਹਣੇ ਦਰਸ਼ਨ ਕਰਨ ਲੱਗ ਪਈਆਂ ਜੀ। ਚੰਦ ਮਨਹੁ ਰਿਦ ਸਰਦ ਕੋ, ਉਡਗਨ ਮੈਂ ਸੋ ਹੈ। ਕਹਿਣ ਲੱਗੇ ਜਿਵੇਂ ਮਾਨੋ ਚੰਦ ਜਿਹੜਾ ਪੁੰਨਿਆਂ ਦਾ ਉਹ ਤਾਰਿਆਂ ਦੇ ਵਿੱਚ ਫੱਬਦਾ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਸਾਰੀਆਂ ਸੰਗਤਾਂ ਦੇ ਵਿੱਚ ਬੈਠੇ ਬੜੇ ਫੱਬ ਰਹੇ ਨੇ ਜੀ। ਹਾਂਜੀ। ਐਸੋ ਕੌਣ ਕਠੋਰ ਨਰ, ਪਿਖ ਨਹਿ ਮਨ ਮੋਹ। ਕਹਿੰਦੇ ਕੋਈ ਬਹੁਤਾ ਹੀ ਕਠੋਰ ਬੰਦਾ ਹੋਏਗਾ ਜਿਹੜਾ ਗੁਰੂ ਜੀ ਦੇ ਐਸੇ ਦਰਸ਼ਨ ਕਰਕੇ ਉਹਦੀ ਸ਼ਰਧਾ ਨਾ ਵੱਜੇ ਜੀ। ਗੱਜ ਕੇ ਆਖੋ। ਸੰਗਤ ਜੀ ਕਈ ਬੰਦੇ ਬੜੇ ਕਠੋਰ ਹੁੰਦੇ ਆ, ਆਪਣੇ ਆਪਣੇ ਕਰਮਾਂ ਦੀ ਖੇਡ ਹੈਗੀ ਆ। ਉਹ ਇੰਨੇ ਜ਼ਿਆਦਾ ਕਠੋਰ ਹੁੰਦੇ ਆ, ਉਹਨਾਂ ਉੱਤੇ ਅਸਰ ਹੀ ਨਹੀਂ ਹੁੰਦਾ ਜੀ। ਜਿੰਨੇ ਮਰਜ਼ੀ ਉਹਨਾਂ ਨੂੰ ਕਥਾ ਸੁਣਾਈ ਚੱਲੋ, ਜਿੰਨੇ ਮਰਜ਼ੀ ਗੁਰੂ ਘਰਾਂ ਦੇ ਦਰਸ਼ਨ ਕਰਾਈ ਚੱਲੋ, ਉਹਨਾਂ ਉੱਤੇ ਅਸਰ ਹੀ ਕੋਈ ਨਹੀਂ ਹੁੰਦਾ ਜੀ। ਕਿਉਂ? ਅੰਦਰ ਜਨਮਾਂ ਜਨਮਾਂ ਦੀ ਮੈਲ ਜੂ ਇਕੱਠੀ ਹੋਈ ਹੁੰਦੀ ਹੈ, ਅਤੇ ਉਹ ਜਨਮਾਂ ਜਨਮਾਂ ਦੀ ਮੈਲ ਜਿਹੜੀ ਹੈ ਨਾ ਉਹ ਬੰਦੇ ਨੂੰ ਕਠੋਰ ਕਰ ਦਿੰਦੀ ਹੈ। ਪਰ ਚੇਤਾ ਰੱਖਿਓ, ਕਠੋਰ ਤੋਂ ਬੰਦਾ ਕੋਮਲ ਕਦੋਂ ਹੁੰਦਾ? ਜਦੋਂ ਉਹ ਵਾਹਿਗੁਰੂ ਜੀ ਦਾ ਨਾਮ ਜਪਦਾ ਹੈ, ਜਦੋਂ ਉਹ ਸਿਮਰਨ ਕਰਦਾ, ਅਤੇ ਫਿਰ ਉਹ ਕਠੋਰ ਤੋਂ ਨਰਮ ਹੋਣ ਲੱਗ ਪੈਂਦਾ ਜੀ। ਪਰ ਕਹਿੰਦੇ ਕੋਈ ਇਹੋ ਜਿਹਾ ਕਠੋਰ ਬੰਦਾ ਹੋਏਗਾ, ਮਹਾਂ ਕਠੋਰ ਬੰਦਾ ਹੋਏਗਾ, ਜਿਹੜਾ ਗੁਰੂ ਜੀ ਦੇ ਐਸੇ ਦਰਸ਼ਨ ਕਰਕੇ ਵੀ ਖੁਸ਼ ਨਾ ਹੋਵੇ ਜੀ। ਆਖੋ ਵਾਹਿਗੁਰੂ। ਹਾਂਜੀ। ਸਾਧੂ ਰੂਪਾ ਪਿਤਾ ਸੁਤ, ਦੋਨੋਂ ਚੱਲ ਆਏ। ਭਾਈ ਸਾਧੂ ਤੇ ਭਾਈ ਰੂਪਾ ਦੋਵੇਂ ਪਿਓ ਪੁੱਤ, ਉਹਨਾਂ ਨੂੰ ਪਤਾ ਲੱਗਾ ਵੀ ਬੜੀ ਵੱਡੀ ਜੰਗ ਕੀਤੀ ਹੈ, ਮਹਾਰਾਜ ਜੀ ਦੇ ਦੁਸ਼ਟਾਂ ਦਾ ਸੰਘਾਰ ਕੀਤਾ। ਸਾਧੂ ਤੇ ਰੂਪਾ ਉਹ ਵੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਜੀ। ਧਰ ਅਕੋਰ ਆਗੇ ਪ੍ਰਭੂ, ਪਾਇਨ ਲਪਟਾਏ। ਜਦੋਂ ਉਹ ਆਏ ਤੇ ਖਾਲੀ ਹੱਥ ਨਹੀਂ ਆਏ ਜੀ, ਭੇਟਾ ਲੈ ਕੇ ਆਏ ਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖ ਕੇ ਗੁਰੂ ਜੀ ਨੂੰ ਮੱਥਾ ਟੇਕਿਆ। ਕੁਸ਼ਲ ਪ੍ਰਸ਼ਨ ਕਰਕੇ, ਭਲੇ ਪੇਖਤ ਹਰ ਖਾਨੇ। ਹਜੂਰ ਮਹਾਰਾਜ ਨੇ ਰਾਜੀ ਖੁਸ਼ੀ ਪੁੱਛੀ ਜੀ। ਸਾਧੂ ਰੂਪੇ ਨੇ ਦਰਸ਼ਨ ਕੀਤੇ ਮਹਾਰਾਜ ਦੇ, ਬਹੁਤ ਖੁਸ਼ੀ ਹੋਈ। ਕਿਉਂ? ਉਹਨਾਂ ਦੋਵਾਂ ਪਿਓ ਪੁੱਤਾਂ ਨੂੰ ਮਹਾਰਾਜ ਨਾਲ ਬਹੁਤ ਪਿਆਰ ਹੈ, ਬਹੁਤ ਪਿਆਰ ਹੈ। ਹਾਂਜੀ। ਸਿੱਖ ਆਪਣੇ ਜਾਨ ਕਰ, ਨੀਕੇ ਸਨਮਾਨੇ। ਮਹਾਰਾਜ ਗਰੀਬ ਨਵਾਜ ਜੀ ਨੇ ਆਪਣੇ ਸਿੱਖ ਜਾਣਿਆ ਜੀ, ਸਾਧੂ ਰੂਪੇ ਨੂੰ ਵੀ ਸਾਡੇ ਪਿਆਰੇ ਨੇ, ਸਾਡੇ ਸਿੱਖ ਨੇ, ਇਸ ਕਰਕੇ ਬੜਾ ਸਨਮਾਨ ਕੀਤਾ ਮਹਾਰਾਜ ਨੇ। ਪ੍ਰਭ ਜੀ ਮਾਨਵ ਮੰਦ ਮਤ, ਜਾਣੈ ਨਹਿ ਭੇਵਾ। ਤੇ ਭਾਈ ਸਾਧੂ ਤੇ ਭਾਈ ਰੂਪਾ ਹੱਥ ਜੋੜ ਕੇ ਮਹਾਰਾਜ ਨੂੰ ਕਹਿੰਦੇ, ਸੱਚੇ ਪਾਤਸ਼ਾਹ ਇਹ ਖੋਟੀ ਬੁੱਧੀ ਵਾਲੇ ਮਨੁੱਖ ਨੇ ਜਿਹੜਾ ਤੁਹਾਡਾ ਭੇਦ ਨਹੀਂ ਜਾਣਦੇ, ਤੁਹਾਡੇ ਤੇ ਸ਼ਰਧਾ ਨਹੀਂ ਰੱਖਦੇ। ਸੰਗਤ ਜੀ ਲੋਕਾਂ ਦਾ ਇੰਝ ਹੀ ਹੈ ਜੀ, ਰੱਬ ਖੁਦ ਧਰਤੀ ਤੇ ਆਇਆ, ਮਨੁੱਖ ਦਾ ਰੂਪ ਧਾਰ ਕੇ ਮਨੁੱਖਾਂ ਦਾ ਹੀ ਭਲਾ ਕਰ ਰਿਹਾ, ਪਰ ਅਗਲਿਆਂ ਨੇ ਪਛਾਣਿਆ ਹੀ ਨਹੀਂ ਜੀ। ਸਾਧੂ ਤੇ ਰੂਪਾ ਕਹਿੰਦੇ, ਮਹਾਰਾਜ ਇਹ ਮਨੁੱਖਾਂ ਦੇ ਭਾਗ ਮਾੜੇ ਹੈਗੇ ਆ ਜਿਹੜੇ ਤੁਹਾਨੂੰ ਪਛਾਣਦੇ ਨਹੀਂ ਹੈਗੇ। ਸਮਤਾ ਚਾਹਤ ਆਪ ਸੋ, ਤੁਮ ਦੇਵਨ ਦੇਵਾ। ਤੁਸੀਂ ਦੇਵਤਿਆਂ ਦੇ ਵੀ ਦੇਵਤੇ ਹੋ, ਬੜੇ ਵੱਡੇ ਹੋ। ਇਹ ਮਹਾਰਾਜ ਦੁਨੀਆਦਾਰ ਬੰਦੇ ਤੁਹਾਡਾ ਮੁਕਾਬਲਾ ਕਰਨਾ ਚਾਹੁੰਦੇ ਆ, ਤੁਹਾਡੇ ਨਾਲ ਬਰਾਬਰਤਾ ਕਰਨੀ ਚਾਹੁੰਦੇ ਆ। ਨਹੀਂ ਸੁਹਾਰੇ ਸੁਰਾਸੁਰ,
ਰਨ ਖੇਤ ਮਝਾਰੇ। ਇਸੇ ਕਰਕੇ ਤੇ ਮਹਾਰਾਜ ਇਹਨਾਂ ਨੇ ਆ ਕੇ ਤੁਹਾਡੇ ਤੇ ਹਮਲਾ ਕੀਤਾ। ਇਹਨਾਂ ਨੂੰ ਇਹ ਨਹੀਂ ਪਤਾ ਵੀ ਇੰਦਰ ਦੇਵਤਾ ਵੀ ਆਵੇ ਤੇ ਉਹ ਵੀ ਹਾਰ ਜਾਵੇ। ਅਸੀਂ ਕੀ ਚੀਜ਼ਾਂ ਹੈਗੀਆਂ, ਗੱਜ ਕੇ ਆਖੋ ਵਾਹਿਗੁਰੂ। ਕਿਉਂਕਿ ਭਾਈ ਸਾਧੂ ਦਾ ਤੇ ਭਾਈ ਰੂਪੇ ਦੀ ਸ਼ਰਧਾ ਦਾ ਲੈਵਲ ਬੜਾ ਵੱਡਾ ਜੀ। ਆਪਣਾ ਆਪਣਾ ਲੈਵਲ ਹੁੰਦਾ ਸ਼ਰਧਾ ਦਾ ਜੀ। ਉਹਨਾਂ ਦੀ ਸ਼ਰਧਾ ਦਾ ਲੈਵਲ ਬੜਾ ਵੱਡਾ ਜੀ। ਉਹਨਾਂ ਦੀ ਸ਼ਰਧਾ ਬਹੁਤ ਵੱਡੀ ਹੈ ਜੀ। ਤੇ ਸ਼ਰਧਾ ਕਿਸੇ ਅਧੂਰੇ ਤੇ ਨਹੀਂ ਹੈਗੀ, ਸ਼ਰਧਾ ਵੀ ਪੂਰੇ ਗੁਰੂ ਉੱਤੇ ਹੈਗੀ ਹੈ। ਹਾਂਜੀ। ਕੌਣ ਤੁਰਕ ਗਨ ਬਾਪੁਰੇ ਜੇ ਥਿਰੈ ਅਗਾਰੇ। ਸੱਚੇ ਪਾਤਸ਼ਾਹ ਇੱਥੇ ਤੇ ਇੰਦਰ ਆਵੇ ਉਹ ਵੀ ਹਾਰ ਜਾਵੇ। ਇਹ ਤੁਰਕ ਕੀ ਚੀਜ਼ ਹੈਗੇ ਸੀਗੇ ਤੁਹਾਡੇ ਅੱਗੇ। ਹਾਂਜੀ। ਸ਼੍ਰੀ ਹਰਿ ਗੋਬਿੰਦ ਕਹਿਤ ਪੇ ਹੈ ਨਾਮ ਸੁਹੇਲਾ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਭਾਈ ਸਾਧੂ ਭਾਈ ਰੂਪੇ, ਜਿਹੜਾ ਸਾਡਾ ਘੋੜਾ ਬੜਾ ਪਿਆਰਾ ਸੀ, ਜਿਹਦਾ ਨਾਮ ਸੁਹੇਲਾ ਸੀ, ਰਹਿਓ ਜੰਗ ਮੈਂ ਸ਼ਤਰੂ ਹੱਥ ਬਹੁ ਬਹੁ ਕਾਵਨ ਮੇਲਾ। ਮਹਾਰਾਜ ਕਹਿਣ ਲੱਗੇ ਉਹ ਜੰਗ ਵਿੱਚ ਸ਼ਹੀਦ ਹੋ ਗਿਆ। ਸਾਡਾ ਘੋੜਾ ਸ਼ਹੀਦ ਹੋ ਗਿਆ। ਉਹਨੂੰ ਬੜੇ ਜ਼ਖਮ ਵੱਜੇ। ਮਹਾਰਾਜ ਕਹਿਣ ਲੱਗੇ ਬੜੇ ਉਹਨੂੰ ਜ਼ਖਮ ਹੋਏ। ਹਾਂਜੀ। ਸੁਨਤ ਜੋਧ ਕਰ ਜੋਰ ਕਹਿ ਸਨਮੁਖ ਰਣ ਮਾਹੀ। ਤੇ ਰਾਏ ਜੋਧ ਕੋਲ ਬੈਠਾ ਮਹਾਰਾਜ ਨੂੰ ਪਤਾ ਕੀ ਕਹਿਣ ਲੱਗਾ। ਉਹਨੇ ਹੱਥ ਜੋੜ ਲਏ। ਸੱਚੇ ਪਾਤਸ਼ਾਹ ਆਪ ਜੀ ਦਾ ਜਿਹੜਾ ਘੋੜਾ ਸੁਹੇਲਾ, ਉਹ ਜੰਗ ਦੇ ਵਿੱਚ, ਹਾਂਜੀ, ਤੁਮਰੇ ਚਰਨ ਸਪਰਸ਼ ਤੇ ਤੁਹਾਡੇ ਚਰਨ ਸਪਰਸ਼ ਕਰਦਾ ਹੋਇਆ, ਹਾਂਜੀ, ਹੋਏ ਪ੍ਰਾਣ ਬਿਨਾਹੀ। ਫਿਰ ਉਹ ਸ਼ਹੀਦ ਹੋਇਆ। ਮਹਾਰਾਜ ਜਦੋਂ ਉਹਦੇ ਪ੍ਰਾਣ ਨਿਕਲੇ ਉਦੋਂ ਉਹਦੇ ਉੱਤੇ ਤੁਸੀਂ ਬੈਠੇ ਹੋਏ ਸੀਗੇ। ਆਪ ਜੀ ਦੇ ਚਰਨ ਉਹਨੂੰ ਸਪਰਸ਼ ਹੋ ਰਹੇ ਸਨ। ਸੱਚੇ ਪਾਤਸ਼ਾਹ, ਹਾਂਜੀ। ਉੱਤਮ ਪਦ ਪ੍ਰਾਪਤ ਪਇਓ ਤਿਨ ਧਨ ਮਹਾਨਾ। ਮਹਾਰਾਜ ਮੈਨੂੰ ਪੁੱਛੋ, ਮੇਰੇ ਲਈ ਤੇ ਉਹ ਘੋੜਾ ਵੀ ਬੜਾ ਮਹਾਨ ਹੈ ਜਿਹਦੇ ਉੱਤੇ ਤੁਸੀਂ ਬੈਠੇ ਸੀ ਤਾਂ ਸ਼ਹੀਦ ਹੋ ਗਿਆ। ਜੰਗ ਦੇ ਵਿੱਚ ਉਹ ਸ਼ਹੀਦ ਹੋ ਗਿਆ। ਮਹਾਰਾਜ ਉਹਨੂੰ ਵੀ ਉੱਤਮ ਪਦਵੀ ਪ੍ਰਾਪਤ ਹੋਈ ਹੋਏਗੀ। ਹਾਂਜੀ। ਵੱਡੇ ਭਾਗ ਪੂਰਬ ਹੁਤੇ ਨਹਿ ਆਨ ਸਮਾਨਾ। ਮਹਾਰਾਜ ਉਹਦੇ ਵੀ ਵੱਡੇ ਭਾਗ ਹੀ ਹੋਣਗੇ। ਉਹਦੇ ਵਰਗਾ ਵੀ ਕੋਈ ਹੋਰ ਨਹੀਂ ਹੋਏਗਾ ਜਿਹਨੇ ਜੰਗ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਤੇ ਤੁਸੀਂ ਉਹਦੇ ਉੱਤੇ ਬੈਠੇ ਹੋਏ ਸੀ ਉਸ ਸਮੇਂ। ਆਪ ਜੀ ਉਹਦੇ ਉੱਤੇ ਸੱਜੇ ਸੀਗੇ। ਉਹ ਤੇ ਸੰਗਤ ਜੀ ਤੁਸੀਂ ਉਸ ਦਿਨ ਕਥਾ 'ਚ ਹੀ ਸੁਣਿਆ, ਸੁਹੇਲਾ ਘੋੜਾ ਸਿੱਧਾ ਹੀ ਸੱਚਖੰਡ ਗਿਆ ਜੀ। ਹੁਣ ਸਰੀਰ ਘੋੜੇ ਵਾਲਾ, ਅੰਦਰ ਦੀ ਜੀਵ ਆਤਮਾ ਨੇ ਹੀ ਸੱਚਖੰਡ ਜਾਣਾ ਨਾ, ਤੇ ਉਹਦੀ ਜੀਵ ਆਤਮਾ ਸਿੱਧਾ ਸੱਚਖੰਡ ਗਈ ਜੀ। ਹਾਂਜੀ। ਵਿਧੀ ਚੰਦ ਸੁਣ ਕੇ ਕਹਿਓ ਵਿਚਰਨ ਦੁਖ ਭਾਰੀ। ਤੇ ਸਾਧ ਸੰਗਤ ਜੀ ਬਾਬਾ ਵਿਧੀ ਚੰਦ ਕਹਿਣ ਲੱਗੇ ਸੁਣ ਕੇ, ਮਹਾਰਾਜ ਜਿਹੜਾ ਦੂਸਰਾ ਘੋੜਾ ਜਾਨ ਭਾਈ ਹੈ, ਉਹ ਮਹਾਰਾਜ ਬੜਾ ਦੁਖੀ ਸੀਗਾ ਕਿ ਮੇਰਾ ਸਾਥੀ ਦੂਜਾ ਘੋੜਾ ਸ਼ਹੀਦ ਹੋ ਗਿਆ। ਹਾਂਜੀ। ਰਾਵਰ ਬਾਕਣ ਤੇ ਮਿਟਿਓ ਸ਼ਾਂਤੀ ਮਨ ਧਾਰੀ। ਪਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਤੁਸੀਂ ਬਚਨ ਕੀਤੇ ਤੇ ਤੁਹਾਡੇ ਬਚਨ ਸੁਣਨ ਨਾਲ ਘੋੜੇ ਨੂੰ ਸ਼ਾਂਤੀ ਮਿਲ ਗਈ। ਉਹ ਘੋੜਾ ਵੀ ਸ਼ਾਂਤ ਹੋ ਗਿਆ। ਮਹਾਰਾਜ ਉਹਦੇ ਮਨ 'ਚ ਸ਼ਾਂਤੀ ਹੋ ਗਈ ਤੇ ਦੂਸਰੇ ਘੋੜੇ ਦੇ। ਵੇਖ ਲੋ, ਪਸ਼ੂ ਪ੍ਰੇਤ ਮੁਗਦ ਕੋ ਤਾਰੇ, ਪਸ਼ੂ ਪ੍ਰੇਤ ਮੁਗਦ ਕੋ ਤਾਰੇ। ਪਸ਼ੂ ਪਰੇਤ ਮੁਗਦ ਕੋ ਤਾਰੇ, ਪਸ਼ੂ ਪਰੇਤ ਮੁਗਦ ਕੋ ਤਾਰੇ। ਹੁਣ ਪਹਿਲੀ ਗੱਲ ਹੀ ਬਾਣੀ ਨੇ ਪਸ਼ੂ ਦੀ ਕੀਤੀ ਜੀ। ਪਸ਼ੂ ਕਿਹਨੂੰ ਕਹਿੰਦੇ ਜੀ? ਪਸ਼ੂਆਂ ਨੂੰ ਹੀ ਜੀ, ਚਾਰ ਪੈਰਾਂ ਵਾਲੇ ਜੀ। ਉਹ ਘੋੜਾ ਪਸ਼ੂ ਹੀ। ਗੁਰੂ ਹਰਗੋਬਿੰਦ ਸਾਹਿਬ ਕੌਣ ਹਨ? ਪਸ਼ੂ ਪ੍ਰੇਤ ਮੁਗਦ ਕੋ ਤਾਰੇ, ਪਸ਼ੂ ਪ੍ਰੇਤ ਮੁਗਦ ਕੋ ਤਾਰੇ। ਪਸ਼ੂ ਪਰੇਤ ਮੁਗਦ ਕੋ ਤਾਰੇ, ਪਸ਼ੂ ਪਰੇਤ ਮੁਗਦ ਕੋ ਪਾਹਣ ਪਰ ਉਤਾਰੇ, ਪਾਹਣ ਪਰ ਉਤਾਰੇ। ਪਾਹਨ ਪਾਰ ਉਤਾਰੇ, ਪਾਹਨ ਪਾਨ ਉਤਾਰੇ। ਹਾਂਜੀ। ਜੇ ਕਰ ਹੋ ਤੋ ਅਪਰ ਟਿਗ ਇੱਕ ਕੇ ਮਰ ਜਾਣੇ। ਸੱਚੇ ਪਾਤਸ਼ਾਹ ਜਿੰਨਾ ਉਹਨਾਂ ਦੋਵਾਂ ਘੋੜਿਆਂ ਦਾ ਪਿਆਰ ਸੀਗਾ, ਜੇ ਉਹ ਘੋੜੇ
ਕਿਸੇ ਹੋਰ ਦੇ ਕੋਲ ਹੁੰਦੇ ਤੇ ਇੱਕ ਘੋੜਾ ਵਿੱਚੋਂ ਮਰ ਜਾਂਦਾ। ਹਾਂਜੀ, ਦੋਨੋਂ ਮਰਤੇ ਰਹਿਤ ਨਹਿ ਅਸ ਪ੍ਰੇਮ ਮਹਾਨੇ। ਤੇ ਦੋਨੋਂ ਮਰਤੇ ਰਹਿਤ ਨਹਿ, ਦੋਵੇਂ ਹੀ ਮਰ ਜਾਣੇ ਸੀਗੇ। ਜਾਨ ਭਾਈ ਨੇ ਦੁਖੀ ਹੋ ਕੇ ਮਰ ਜਾਣਾ ਸੀਗਾ। ਸੱਚੇ ਪਾਤਸ਼ਾਹ ਇਹ ਤੁਸੀਂ ਹੋ ਉਪਦੇਸ਼ ਦਿੱਤਾ ਤੇ ਦੂਜੇ ਘੋੜੇ ਦਾ ਮਨ ਵੀ ਠਹਿਰਾਇਆ ਗਿਆ। ਚੇਤਾ ਰੱਖਿਓ, ਬਾਣੀ ਦਾ ਅਸਰ ਕੱਲਾ ਬੰਦਿਆਂ ਦੇ ਉੱਤੇ ਨਹੀਂ ਹੈਗਾ, ਬਾਣੀ ਦਾ ਅਸਰ ਪਸ਼ੂਆਂ ਦੇ ਉੱਤੇ ਵੀ ਹੈਗਾ ਜੀ। ਬਾਣੀ ਦਾ ਅਸਰ ਪੰਛੀਆਂ ਉੱਤੇ ਵੀ ਹੈਗਾ ਜੀ। ਬਾਣੀ ਦਾ ਅਸਰ ਪਾਣੀ ਉੱਤੇ ਵੀ ਹੈਗਾ ਜੀ। ਬਾਣੀ ਦਾ ਅਸਰ ਬਨਸਪਤੀ ਉੱਤੇ ਵੀ ਹੈਗਾ। ਹਰ ਚੀਜ਼ ਉੱਤੇ ਗੁਰੂ ਦੀ ਬਾਣੀ ਦਾ ਅਸਰ ਹੈਗਾ ਜੀ। ਜਿਹੜੀ ਜਿਉਂਦੀ ਜਾਗਦੀ ਚੀਜ਼ ਹੈ ਨਾ ਜੀ, ਉਹਦੇ ਉੱਤੇ ਬਾਣੀ ਦਾ ਅਸਰ ਹੈਗਾ ਜੀ। ਹਾਂਜੀ, ਜਾਤੀ ਮਲਕ ਬਖਾਨ ਤੋ ਇਨ ਸਾਹਮਣੇ ਆਨਾ। ਹਾਂਜੀ, ਉਤੇ ਉਚਿਤ ਇਹ ਆਪ ਕੇ ਤੁਮ ਮਹਿਦ ਮਹਾਨਾ। ਤੇ ਜਾਤੀ ਮਲਕ ਕਹਿਣ ਲੱਗਾ, ਮਹਾਰਾਜ ਇਹ ਘੋੜੇ ਹੈ ਹੀ ਤੁਹਾਡੇ ਯੋਗ ਸਨ, ਹੋਰ ਕਿਸੇ ਦੇ ਯੋਗ ਹੀ ਨਹੀਂ ਸੀ ਹੈਗੇ, ਤਾਈਓ ਤੇ ਕੋਈ ਦੂਜਾ ਬਹਿ ਹੀ ਨਹੀਂ ਸਕਿਆ ਇਹਦੇ ਉੱਤੇ। ਹਾਂਜੀ, ਇਤੇ ਆਦਿਕ ਰਣ ਬਾਰਤਾ ਮਾਰਨ ਤੁਰਕਾਨੇ। ਇਸ ਤਰੀਕੇ ਨਾਲ ਜੰਗ ਦੀਆਂ ਗੱਲਾਂ ਹੁੰਦੀਆਂ ਰਹੀਆਂ ਜੀ। ਕਿਵੇਂ ਤੁਰਕਾਂ ਨੂੰ ਮਾਰਿਆ, ਉਹ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਜੀ। ਕਹਿਤ ਸੁਨਤ ਬੀਤੀ ਜਥਾ ਸੁਣ ਸੁਣ ਬਿਸਮਾਨੇ। ਜੋ ਬਚਨ ਕਹੇ ਸੁਣੇ, ਸਾਧ ਸੰਗਤ ਜੀ ਸੁਣ ਸੁਣ ਕੇ ਹੈਰਾਨ ਹੋਣ ਸਾਰੇ ਲੋਕ। ਗੱਲਾਂ ਕਰਨ ਵੀ ਐਡੀ ਵੱਡੀ ਫੌਜ ਥੋੜੇ ਜਿਹੇ ਸਮੇਂ 'ਚ ਮਾਰ ਦਿੱਤੀ। ਹਾਂਜੀ, ਇਸੀ ਰੀਤ ਤ੍ਰੈ ਜਾਮਨੀ ਗੁਰ ਤਹਾਂ ਬਿਤਾਈ। 3 ਰਾਤਾਂ ਸੱਚੇ ਪਾਤਸ਼ਾਹ ਫਿਰ ਉੱਥੇ ਕਾਂਗੜਪੁਰ ਰਹੇ ਜੀ। 3 ਰਾਤਾਂ 3 ਦਿਨ ਕਾਂਗੜਪੁਰ ਰਹੇ ਮਹਾਰਾਜ। ਚੌਥੇ ਦਿਨ ਤੇ ਚੜ੍ਹੇ ਬੜ ਦੁਦਮ ਬਵਾਈ। ਤੇ ਚੌਥੇ ਦਿਨ ਤਹ ਤੇ ਚੜੇ ਬੜ ਦੁੰਦ ਬਵਾਈ। ਚੌਥੇ ਦਿਨ ਫਿਰ ਮਹਾਰਾਜ ਨੇ ਹੁਕਮ ਕੀਤਾ ਵੀ ਇੱਥੋਂ ਚਾਲਾ ਪਾਉਣਾ ਹੈ। ਤੇ ਸਾਧ ਸੰਗਤ ਜੀ ਬੜੇ ਨਗਾਰੇ ਵੱਜੇ ਜੀ। ਹਾਂਜੀ, ਹਿਤ ਅਖੇਰ ਕੇ ਗਮਨ ਕੇ ਗਨ ਚਮੂ ਪਿਆਨੀ। ਤੇ ਸ਼ਿਕਾਰ ਖੇਡਣ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਉੱਥੋਂ ਚੱਲੇ ਜੀ। ਨਾਲ ਮਹਾਰਾਜ ਜੀ ਦੇ ਕੁਝ ਫੌਜਾਂ ਗਈਆਂ ਜੀ। ਸੰਗ ਜੋਧ ਚੜ ਕਰ ਚਲਿਓ ਹਿਤ ਸੇਵ ਮਹਾਨੀ। ਰਾਏ ਜੋਧ ਦਾ ਮਨ ਹਰ ਸਮੇਂ ਸੇਵਾ ਵਿੱਚ ਹੀ ਭਿੱਜਿਆ ਪਿਆ ਜੀ। ਮਹਾਰਾਜ ਦੀ ਸੇਵਾ ਕਰਨੀ ਜੀ। ਇਸ ਕਰਕੇ ਰਾਏ ਜੋਧ ਨੇ ਫੁਰਨਾ ਬਣਾਇਆ ਵੀ ਮੈਂ ਵੀ ਨਾਲ ਹੀ ਚੱਲਾਂ। ਰਾਏ ਜੋਧ ਵੀ ਨਾਲ ਹੀ ਗਿਆ ਜੀ। ਹਾਂਜੀ, ਕਿਤਿਕ ਕੋਸਲੋ ਚੱਲ ਗਏ ਫਿਰ ਕਰ ਮਨ ਭਾਇਓ। ਕੁਝ ਕੋ ਮਹਾਰਾਜ ਅੱਗੇ ਚੱਲ ਪਏ ਜੀ। ਕੁਝ ਕੋ ਲਗਾਤਾਰ ਚੱਲੇ, ਘੋੜੇ ਦੇ ਉੱਤੇ ਸੱਜੇ, ਨਾਲ ਫੌਜਾਂ ਹਨ ਤੇ ਨਾਲ ਰਾਏ ਜੋਧ ਹੈ ਜੀ। ਹਾਂਜੀ, ਡੇਰਾ ਕੀਨਸ ਤਿਸੀ ਥਲ ਪਿਖ ਥਾਨ ਸੁਹਾਇਓ। ਤੇ ਸੰਗਤ ਜੀ ਮਹਾਰਾਜ ਗਰੀਬ ਨਵਾਜ ਜੀ ਨੇ ਫਿਰ ਇੱਕ ਸੋਹਣਾ ਥਾਂ ਵੇਖਿਆ, ਉਸ ਥਾਂ ਉੱਤੇ ਡੇਰਾ ਕੀਤਾ, ਆਸਣ ਲਾਇਆ ਜੀ। ਹਾਂਜੀ, ਉਤਰ ਤੁਰੰਗ ਤੇ ਖਰੇ ਹੋਏ ਕਿਛ ਭਟ ਡਿਗ ਆਏ। ਘੋੜੇ ਤੋਂ ਉਤਰ ਗਏ ਮਹਾਰਾਜ ਤੇ ਕੁਝ ਫੌਜਾਂ ਵੀ ਨਾਲ ਆ ਗਈ। ਜੋਧ ਰਾਏ ਸੋ ਬਾਤ ਕਹਿ ਸ਼੍ਰੀ ਮੁਖ ਬਿਕਸਾਏ। ਮਹਾਰਾਜ ਖਲੋਤੇ ਆ ਘੋੜੇ ਤੋਂ ਉਤਰ ਕੇ, ਨਾਲ ਗੁਰੂ ਜੀ ਦੇ ਸਿੱਖ ਹਨ ਤੇ ਮਹਾਰਾਜ ਨੇ ਨਾ ਰਾਏ ਜੋਧ ਨਾਲ ਬਚਨ ਕੀਤੇ ਜੀ। ਤੇ ਰਾਏ ਜੋਧ ਨਾਲ ਬਚਨ ਕਰਦੇ ਆ ਨਾ, ਮੁੱਖੋਂ ਮੁਸਕਰਾਉਂਦੇ ਆ ਮਹਾਰਾਜ। ਹਾਂਜੀ, ਇੱਕ ਅਜਗਰ ਭਾਰੀ ਮਹਾ ਨਿਕਸਿਓ ਮੁਖ ਬਾਏ। ਅਜੇ ਮਹਾਰਾਜ ਬਚਨ ਕਰ ਰਹੇ ਆ, ਉੱਥੇ ਇੱਕ ਅਜਗਰ ਸੱਪ ਨਿਕਲਿਆ ਜੀ। ਗੱਜ ਕੇ ਆਖੋ, ਇੱਕ ਅਜਗਰ ਭਾਰੀ ਮਹਾ। ਇਹਦਾ ਮਤਲਬ ਇਹ ਹੈ ਇੱਕ ਅਜਗਰ ਨਿਕਲਿਆ ਜਿਹੜਾ ਬੜਾ ਭਾਰਾ ਸੀਗਾ ਜੀ, ਬੜਾ ਵੱਡਾ ਅਜਗਰ ਸੱਪ ਸੀਗਾ ਜੀ ਉਹ ਜੀ। ਹਾਂਜੀ, ਦਾਰੁਨ ਦੀਰਗ ਦੁਖੀ ਬਹੁ ਗਮਨਤ ਫੁਕਰਾਏ। ਉਹ ਇੱਕ ਅਜਗਰ ਭਾਰੀ ਮਹਾ ਨਿਕਸਿਓ ਮੁਖ ਬਾਏ। ਸਾਧ ਸੰਗਤ ਜੀ ਮੂੰਹ ਟੱਡ ਕੇ ਉਹ ਬਾਹਰ ਨਿਕਲਿਆ। ਜਿਹੜੇ ਅਜਗਰ ਹੈ ਨਾ ਜੀ ਵੱਡੇ ਵੱਡੇ, ਚਲੋ ਹੁਣ ਤੇ ਨਹੀਂ ਵੇਖਦੇ ਕਿਉਂਕਿ ਨਾ ਜੰਗਲ ਰਹੇ ਆ, ਆਪਣੇ ਇਲਾਕਿਆਂ ਦੀ ਗੱਲ ਕਰਦੇ ਆ, ਤੇ ਸੱਪ ਵੀ ਨਹੀਂ ਲੱਭਦੇ ਜੀ। ਅਜਗਰ ਤਾਂ ਸਬੂਤਾ ਹੀ ਬੰਦਾ ਖਾ ਜੇ, ਵੱਡਾ ਜਿਹੜਾ ਅਜਗਰ ਹੁੰਦਾ ਨਿਕਲ ਜਾਂਦਾ ਜੀ ਸਾਰੇ ਦਾ ਸਾਰਾ ਬੰਦਾ। ਤੇ ਜੇ ਅਜਗਰ ਕਿਸੇ ਬੰਦੇ ਨੂੰ ਮਾਰ ਲੇ ਨਾ ਜੱਫਾ, ਤੇ ਬੰਦਾ ਛੁੱਟ ਨਹੀਂ ਸਕਦਾ ਜੀ ਉਹਦੇ ਤੋਂ ਜੀ। ਬੜਾ ਵੱਡਾ ਅਜਗਰ
ਉਹ ਬਾਹਰ ਨਿਕਲਿਆ ਜੀ। ਹਾਂਜੀ, ਮੂੰਹ ਉਹਨੇ ਢੱਡਿਆ ਹੋਇਆ, ਦਾਰੁਨ ਦੀਰਘ ਦੁਖੀ ਬਹੁ ਗਮਨਤ ਫੁਰਕਾਏ, ਤੇ ਬੜਾ ਵੱਡਾ ਪਰ ਦੁਖੀ ਬੜਾ ਜੀ, ਫੁੰਕਾਰੇ ਮਾਰਦਾ ਜੀ ਉਹ। ਹਾਂਜੀ, ਸਨਮੁਖ ਆਵਤ ਗੁਰੂ ਕੇ ਗਤ ਬਕਰ ਕਰੰਤਾ। ਤੇ ਮਹਾਰਾਜ ਦੇ ਸਾਹਮਣੇ ਆ ਗਿਆ ਜੀ। ਹਾਂਜੀ, ਗੁਰੂ ਜੀ ਦੇ ਸਾਹਮਣੇ ਆ ਗਿਆ ਤੇ ਹੌਲੀ ਹੌਲੀ ਚੱਲਣ ਲੱਗਾ ਜੀ, ਹੌਲੀ ਹੌਲੀ ਚੱਲਣ ਲੱਗਾ ਜੀ। ਜਿਹੜੇ ਅਜਗਰ ਨੇ ਨਾ, ਉਹ ਬਹੁਤੀ ਤੇਜ਼ ਨਹੀਂ ਚੱਲਦੇ ਜੀ। ਦੂਜੇ ਸੱਪ ਬੜੀ ਤੇਜ਼ ਜਾਂਦੇ, ਅਜਗਰ ਥੋੜਾ ਸਹਿਜੇ ਚੱਲਦੇ ਆ ਜੀ। ਸਰੀਰ ਵੱਡਾ ਹੁੰਦਾ ਜੀ ਉਹਨਾਂ ਦਾ। ਹਾਂਜੀ, ਨੀਠ ਨੀਠ ਹੀ ਚਲਤ ਹੈ ਚਿਤ ਮ੍ਰਿਤੂ ਚਾਹੰਤਾ। ਉਹ ਹੌਲੀ ਹੌਲੀ ਚੱਲ ਰਿਹਾ, ਹੌਲੀ ਹੌਲੀ ਚੱਲ ਰਿਹਾ ਤੇ ਗੁਰੂ ਸਾਹਿਬ ਵਾਲੇ ਪਾਸੇ ਆ ਰਿਹਾ। ਮਹਾਰਾਜ ਖਲੋਤੇ ਸੱਚੇ ਪਾਤਸ਼ਾਹ, ਨਾਲ ਸਿੱਖ ਤੇ ਰਾਏ ਜੋਧ ਹੈ ਜੀ। ਭਾਈ ਸੰਤੋਖ ਸਿੰਘ ਜੀ ਲਿਖਦੇ ਆ, ਕਹਿੰਦੇ ਅਸਲ ਵਿੱਚ ਉਹ ਸੱਪ ਮੁਕਤੀ ਚਾਹੁੰਦਾ ਸੀਗਾ, ਵੀ ਮਹਾਰਾਜ ਮੈਨੂੰ ਮੁਕਤ ਕਰ ਦੇਣਾ। ਹਾਂਜੀ, ਭਟ ਦੋਰੇ ਤੇ ਬਰ ਜਬੇ ਕੋ ਚੈਤ ਪ੍ਰਹਾਰਾ। ਸਾਧ ਸੰਗਤ ਜੀ, ਉਸੇ ਵੇਲੇ ਹੀ ਉਸ ਸੱਪ ਨੂੰ ਰੋਕਣ ਵਾਸਤੇ ਕੁਝ ਸੂਰਮੇ ਅੱਗੇ ਹੋਏ। ਉਹਨੂੰ ਮਾਰ, ਕਈ ਤਾਂ ਚਾਹੁੰਦੇ ਸੀ ਵੀ ਮਾਰ ਦਈਏ, ਇਹ ਮਹਾਰਾਜ ਤੱਕ ਪਹੁੰਚੇ ਹੀ ਨਾ। ਹਾਂਜੀ, ਸਤਿਗੁਰ ਕਿਰਪਾ ਨਿਧਾਨ ਤਬ ਬਚ ਊਚ ਉਚਾਰਾ। ਜਦੋਂ ਉਹ ਸੱਪ ਆ ਰਹੇ ਨਾ, ਤੇ ਸਿੱਖ ਤਲਵਾਰਾਂ ਨੰਗੀਆਂ ਕੱਢ ਕੇ ਉਹ ਸੱਪ ਨੂੰ ਮਾਰਨ ਲੱਗੇ ਜੀ। ਜਦੋਂ ਉਹ ਸੱਪ ਆ ਰਿਹਾ ਸੀ, ਤੇ ਗੁਰੂ ਸਾਹਿਬ ਨੇ ਵੇਖਿਆ ਵੀ ਇਹਨਾਂ ਤੇ ਸੱਪ ਨੂੰ ਵੱਢ ਦੇਣਾ, ਤੇ ਮਹਾਰਾਜ ਉੱਚੀ ਸਾਰੀ ਕਹਿਣ ਲੱਗੇ, ਹਟ ਕਹੋ ਨੈ ਪ੍ਰਹਾਰੀਐ ਆਵਨ ਇਤ ਦੀਜੈ। ਮਹਾਰਾਜ ਕਹਿੰਦੇ ਰੁਕ ਜਾਓ, ਇਹਨੂੰ ਮਾਰਨਾ ਨਹੀਂ ਕਿਸੇ ਨੇ, ਇਹਨੂੰ ਅੱਗੇ ਆਉਣ ਦਿਓ, ਸਾਡੇ ਵੱਲ ਆਉਣ ਦਿਓ। ਦੂਰ ਦੂਰ ਸਭ ਖਰੇ ਹੋਏ ਅਵਲੋਕਨ ਕੀਜੈ। ਤੇ ਤੁਸੀਂ ਸਾਰੇ ਦੂਰ ਦੂਰ ਖਲੋ ਜਾਓ, ਲਾਗੇ ਨਹੀਂ ਆਉਣਾ ਕਿਸੇ ਨੇ, ਤੇ ਸੱਪ ਨੂੰ ਸਾਡੇ ਵੱਲ ਆਉਣ ਦਿਓ, ਤੇ ਤੁਸੀਂ ਦੂਰ ਖਲੋ ਕੇ ਵੇਖੋ ਬਸ। ਅਚਰਜ ਹੀਰਨ ਹੇਤ ਤਬ ਹੋਏ ਥਿਰ ਸਾਰੇ। ਉਹ ਸਾਰੇ ਹੈਰਾਨ ਹੋ ਗਏ। ਹੁਣ ਚਾਹੁੰਦੇ ਤਾਂ ਨਹੀਂ ਸੀਗੇ, ਚਾਹੁੰਦੇ ਤਾਂ ਸੀ ਵੀ ਮਾਰ ਦਈਏ, ਪਰ ਮਹਾਰਾਜ ਦਾ ਬਚਨ ਨਹੀਂ ਸੀ ਨਾ ਟਾਲਿਆ ਜਾ ਸਕਦਾ। ਇਹਦੇ ਕਰਕੇ ਦੂਰ ਦੂਰ ਖਲੋ ਗਏ ਜੀ, ਸਾਰੇ ਵੇਖਣ ਲੱਗ ਪਏ ਜੀ। ਹਾਂਜੀ, ਮੰਦ ਮੰਦ ਅਜਗਰ ਚਲਹਿ ਸ਼੍ਰੀ ਗੁਰੂ ਅਗਾਰੇ। ਉਹ ਅਜਗਰ ਆਪਣੇ ਸਰੀਰ ਦਾ ਵੇਟ ਨਾਲ ਧੁੰਦਾ ਧੁੰਦਾ ਆਪਣੇ ਸਰੀਰ ਨੂੰ ਘਸੇੜਦਾ ਘਸੇੜਦਾ ਗੁਰੂ ਜੀ ਵੱਲ ਆ ਰਿਹਾ, ਸੱਚੇ ਪਾਤਸ਼ਾਹ ਜੀ ਵੱਲ ਜੀ। ਹਾਂਜੀ, ਖਰੇ ਰਹੇ ਨਿਸ਼ਚਲ ਸਕਲ ਨੇਰੇ ਤਬ ਆਇਓ। ਤੇ ਸਾਰੇ ਖਲੋਤੇ ਵੇਖਣ ਦਏ ਜੀ। ਮਹਾਰਾਜ ਵੀ ਐ ਅਹਿਲ ਖਲੋਤੇ ਐ, ਤੇ ਅਜਗਰ ਨੇੜੇ ਹੀ ਆ ਗਿਆ ਜੀ। ਹੁਣ ਕਹਿਣ ਦੀਆਂ ਗੱਲਾਂ ਹੈਗੀਆਂ ਜੀ, ਇੱਥੇ ਅਜਗਰ ਆਵੇ ਹਾਲ ਖਾਲੀ ਹੋ ਜਾਣਾ ਉਸੇ ਵੇਲੇ। ਆਖੋ ਵਾਹਿਗੁਰੂ। ਅਜਗਰ ਹੈਗਾ ਜੀ। ਹਾਂਜੀ, ਅਜਗਰ ਹੈਗਾ, ਕੋਈ ਮਾੜੀ। ਇੱਥੇ ਤਾਂ ਮੈਂ ਵੇਖਿਆ ਇੱਕ ਚੂਹੀ ਆ ਗਈ ਜੀ, ਉਹ ਸਭ ਬੀਬੀਆਂ ਭੱਜਦੀਆਂ ਫਿਰਨ ਉਹਦੇ ਮਗਰ ਮਗਰ। ਹਾਂਜੀ, ਇਹ ਤਾਂ ਚੂਹੀ ਤੋਂ ਡਰ ਜਾਂਦੇ, ਤੇ ਅਜਗਰ ਤੇ ਬੜੀ ਵੱਡੀ ਗੱਲ ਹੈਗੀ ਆ ਜੀ। ਉਹ ਅਜਗਰ ਜਿਹੜਾ ਸੀ ਨਾ ਜੀ, ਉਹ ਮਹਾਰਾਜ ਦੇ ਵੱਲ ਆ ਰਿਹਾ ਜੀ, ਸਭ ਵੇਖਣ ਦਾ ਜੀ। ਹਾਂਜੀ, ਸਤਿਗੁਰ ਚਰਨ ਸਰੋਜ ਤੇ ਪਨਹੀ ਨਿਕਸਾਇਓ। ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਚਰਨਾਂ ਦਾ ਜੋੜਾ ਲਾਇਆ ਜੀ, ਇੱਕ ਪਾਸੇ ਦਾ ਜੋੜਾ ਲਾਇਆ ਜੀ। ਹਾਂਜੀ, ਦਹਨ ਅੰਗੁਸ਼ਟ ਉਠਾਏ ਕਰ ਤੈ ਸੀਸ ਛੁਹਾਇਓ। ਸੱਜੇ ਚਰਨ ਦਾ ਮਹਾਰਾਜ ਨੇ ਜੋੜਾ ਲਾਇਆ, ਆਪਣਾ ਸੱਜਾ ਚਰਨ ਚੁੱਕਿਆ, ਤੇ ਸੱਜੇ ਚਰਨ ਦਾ ਜਿਹੜਾ ਅੰਗੂਠਾ ਹੈ ਨਾ, ਉਹ ਅਜਗਰ ਸੱਪ ਦੀ ਸਿਰੀ ਦੇ ਉੱਤੇ ਲਾਇਆ ਮਹਾਰਾਜ ਨੇ। ਹਾਂਜੀ, ਪਤਿਤ ਪੁਨੀਤ ਹੈ ਕੋ ਪਰਸ ਬਹੁ ਪਾਪ ਮਿਟਾਇਓ। ਬਸ ਜਦੋਂ ਪਤਿਤਾਂ ਨੂੰ ਪੁਨੀਤ ਕਰਨ ਵਾਲੇ, ਮੇਰੀ ਪੀਰੀ ਦੇ ਮਾਲਕ, ਦਲਾਂ ਨੂੰ ਭੰਜਣ ਵਾਲੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਅੰਗੂਠਾ ਉਸ ਅਜਗਰ ਦੇ ਸਿਰ ਨੂੰ ਲੱਗਿਆ ਨਾ, ਤੇ ਸਾਧ ਸੰਗਤ ਜੀ ਉਹਦੇ ਉਸੇ ਵੇਲੇ ਹੀ ਪਾਪ ਦੂਰ ਹੋ ਗਏ ਜੀ। ਉਸੇ ਵੇਲੇ ਸਾਰੇ ਹੀ ਪਾਪ ਦੂਰ ਹੋ ਗਏ। ਭਗਨ ਸੀਸ ਪਾ ਉਦਰ ਲਗ ਮਰ ਗਾ ਤਤਕਾਲਾ। ਸਿਰ ਤੋਂ ਲੈ ਕੇ ਪੇਟ ਤੱਕ ਉਹ ਜ਼ਖਮੀ ਸੀਗਾ ਸਾਧ ਸੰਗਤ ਜੀ, ਜ਼ਖਮੀ ਸੀ, ਕੀੜੇ ਚੱਲਦੇ ਸੀਗੇ, ਪਰ ਉਹ ਉਸੇ ਵੇਲੇ ਹੀ ਮਰ ਗਿਆ ਜੀ। ਹਾਂਜੀ, ਕਲਮ ਲਾਤ ਵਿੱਚ ਕਿਰਮ ਲਗ ਕਾਟਤ ਨਿਤ ਜਾਲਾ। ਉਹਦੇ ਸਰੀਰ ਵਿੱਚੋਂ ਨਾ ਫਿਰ ਕੀੜੇ ਨਿਕਲਣ ਲੱਗ ਪਏ ਜੀ, ਸੱਪ ਦੇ ਅੰਦਰੋਂ ਜੀ।
ਕੁਰਬੁਲ ਕਰਦੇ ਬੜੇ ਕੀੜੇ ਨਿਕਲੇ ਜੀ ਉਹਦੇ ਸਰੀਰ ਵਿੱਚੋਂ ਜੀ, ਜਿਹੜੇ ਉਹਨੂੰ ਕੱਟ ਰਹੇ ਸੀਗੇ ਜੀ। ਹਾਂਜੀ। ਅੰਤਰ ਤੇ ਪੂਰਨ ਹੁਤੋ ਆਮਿਕ ਤਿਸ ਖਾਤੇ। ਅੰਦਰੋਂ ਹੁਣ ਉਹ ਜਦੋਂ ਅਜਗਰ ਰੁਕ ਗਿਆ, ਮਰ ਗਿਆ ਜੀ, ਤੇ ਉਹਦੇ ਅੰਦਰੋਂ ਜਿਹੜੇ ਕੀੜੇ ਖਲੋਤੇ ਸੀਗੇ ਉਹਨੂੰ ਵੱਢ ਖਾਂਦੇ ਸੀ, ਉਹ ਬਾਹਰ ਨੂੰ ਨਿਕਲਣ ਲੱਗ ਪਏ ਜੀ ਸਾਰੇ। ਹਾਂਜੀ। ਸਦਾ ਦੇਤ ਸੰਕਟ ਅਧਿਕ ਬਸ ਚਲੇ ਨ ਜਾਂਤੇ। ਅਸਲ ਵਿੱਚ ਇਹ ਜਿਹੜੇ ਕੀੜੇ ਸੀ ਨਾ ਜੀ, ਇਹ ਸਾਰੇ ਉਹ ਅਜਗਰ ਨੂੰ ਖਾ ਰਹੇ ਸੀਗੇ ਜੀ। ਉਹ ਦੁਖੀ ਹੁੰਦਿਆ ਸੀਗਾ, ਤੇ ਅਜਗਰ ਨਾ ਉਹਦਾ ਵਸ ਨਹੀਂ ਸੀ ਚੱਲਦਾ ਹੁੰਦਾ ਜੀ। ਕੀੜੇ ਹੌਲੀ ਹੌਲੀ ਮਾਸ ਤੋੜ ਖਾਂਦੇ ਰਹਿੰਦੇ ਸੀ ਉਹਦਾ। ਨਿਕਟ ਖਰੇ ਸਭ ਦੇਖਤੇ ਸੁਨ ਪਹੁੰਚੇ ਧਾਏ। ਹੁਣ ਪਾਸ ਖਲੋਤੇ ਸਾਰੇ ਵੇਖਣ, ਸਤਿਗੁਰੂ ਜੀ ਨੇ ਆਪਣੇ ਚਰਨਾਂ ਦਾ ਅੰਗੂਠਾ ਲਾਇਆ, ਤੇ ਅਜਗਰ ਦਾ ਉਸੇ ਵੇਲੇ ਹੀ ਅਜਗਰ ਦੀ ਮੌਤ ਹੋ ਗਈ ਹੈ। ਪਰ ਕੀੜੇ ਨਿਕਲਣ ਦੇ ਉਹਦੇ ਸਰੀਰ ਚੋਂ। ਹਾਂਜੀ। ਵਿਧੀ ਚੰਦ ਅਰ ਜੋਧ ਆਦ ਔਰ ਮਹਿ ਬਿਸਮਾਏ। ਬਾਬਾ ਵਿਧੀ ਚੰਦ ਜੀ, ਰਾਏ ਜੋਧ, ਇਹ ਸਾਰੇ ਬੜੇ ਹੈਰਾਨ ਹੋਏ ਵੀ ਇਹ ਕਿਹੜਾ ਸੱਪ ਹੈ, ਇਹ ਕੀੜੇ ਇਹਨੂੰ ਇੰਨੇ ਪਏ ਹੈ। ਹਾਂਜੀ। ਬੂਜਨ ਕੀਨੇ ਜੋਰ ਕਰ ਇਹ ਕਿਮ ਆਇਓ। ਤੇ ਸਾਧ ਸੰਗਤ ਜੀ, ਉਹਨੇ ਫਿਰ ਬਾਬਾ ਵਿਧੀ ਚੰਦ ਜੀ ਨੇ ਹੱਥ ਜੋੜੇ, ਕਹਿੰਦੇ ਮਹਾਰਾਜ ਇਹ ਕਿਮ ਆਇਓ। ਮਹਾਰਾਜ ਇਹ ਸੱਪ ਕਿੱਥੋਂ ਆਇਆ, ਇਹਦੇ ਵਿੱਚ ਕੀੜੇ ਕਿੱਥੋਂ ਆਏ। ਹਾਂਜੀ। ਚਰਨ ਸ਼ੁਵਤ ਹੀ ਆਪ ਕੋ ਨਿਜ ਤਨ ਮੁਕਤਾਇਓ। ਸਾਨੂੰ ਇਹ ਮਹਿਸੂਸ ਹੋਇਆ, ਆਪ ਜੀ ਨੇ ਚਰਨ ਲਾਇਆ ਤੇ ਤੁਹਾਡੇ ਚਰਨ ਲਾਉਂਦਿਆਂ ਹੀ ਇਹ ਮੁਕਤ ਹੋ ਗਿਆ। ਇਹ ਤੇ ਸਾਨੂੰ ਪਤਾ ਲੱਗ ਗਿਆ, ਪਰ ਇਹ ਕੀ ਖੇਡ ਹੈਗੀ ਸਾਰੀ। ਹਾਂਜੀ। ਪਰੇ ਕਿਰਮ ਕਿਮ ਘਣੇ ਤਨ ਇਹ ਅਚਰਜ ਜੋਵਾ। ਇਹਨੂੰ ਇੰਨੇ ਕੀੜੇ ਕਿੱਥੋਂ ਪੈ ਗਏ, ਇਹ ਅਸੀਂ ਜਾਣਨਾ ਚਾਹੁੰਦੇ ਆ। ਵਾਹਿ ਵਾਹਿ। ਹਾਂਜੀ। ਕਿਹ ਕਲ ਮਲ ਕੇ ਕਰੇ ਤੇ ਇਮ ਦੁਖ ਫਲ ਹੋਵਾ। ਕਿਹ ਕਲਮਲ ਕੇ ਕਰੇ ਤੇ ਇਮ ਦੁਖ ਫਲ ਹੋਵਾ। ਕਿਹੜਾ ਪਾਪ ਇਹਨੇ ਕੀਤਾ ਵੀ ਇਹਦੇ ਸਰੀਰ 'ਚ ਕੀੜੇ ਪੈ ਗਏ। ਸੰਗਤ ਜੀ, ਇਹ ਤੇ ਛੱਡੋ, ਇਹ ਤੇ ਸੱਪ ਹੈ। ਕਈ ਬੰਦਿਆਂ ਦੇ ਪਾਪ ਕਰਮ ਇੰਨੇ ਜ਼ਿਆਦਾ ਹੁੰਦੇ ਆ, ਜਿਉਂਦਿਆਂ ਨੂੰ ਕੀੜੇ ਪਏ ਹੁੰਦੇ ਆ ਜੀ। ਜਿਉਂਦਿਆਂ ਨੂੰ ਕੀੜੇ ਪਏ ਹੁੰਦੇ ਜੀ। ਹਾਂਜੀ। ਕਈ ਬੰਦਿਆਂ ਦੇ ਪਾਪ ਕਰਮ ਇਦਾਂ ਦੇ ਹੁੰਦੇ। ਮੈਂ ਵੇਖਿਆ ਜੀ, ਇੱਕ ਕਿਸੇ ਸਾਧੂ ਪੁਰਸ਼ ਨੂੰ ਇੱਕ ਬੰਦਾ ਬੜਾ ਹੀ ਮਾੜਾ ਬੋਲਦਾ ਹੁੰਦਾ ਸੀਗਾ ਜੀ। ਸ਼ਰਾਬ ਪੀ ਲੈਣੀ, ਬੜਾ ਹੀ ਮਾੜਾ ਉਹਨੇ ਬੋਲਣਾ, ਉਹਨੂੰ ਕੀੜੇ ਪਏ ਸੀਗੇ ਜੀ। ਕੀੜੇ ਪਏ ਹੁੰਦੇ ਸੀ, ਬੜਾ ਦੁਖੀ ਹੁੰਦਾ ਸੀਗਾ ਜੀ ਉਹ। ਬਾਬਾ ਵਿਧੀ ਚੰਦ ਪੁੱਛਦੇ, ਮਹਾਰਾਜ ਇਹਨੇ ਕਿਹੜਾ ਪਾਪ ਕੀਤਾ, ਇਹਨੂੰ ਇਦਾਂ ਕੀੜੇ ਪਏ ਆ। ਹਾਂਜੀ। ਸ਼੍ਰੀ ਹਰਿ ਗੋਬਿੰਦ ਸਭਨ ਸੋ ਇਹ ਗਾਥ ਉਚਾਰੀ। ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਉਸ ਜ਼ਹਿਰੀਲੇ ਸੱਪ ਦੀ ਗਾਥਾ ਉਚਾਰਨ ਕੀਤੀ ਵੀ ਕਿਹੜਾ ਪਾਪ ਕੀਤਾ ਸੀ ਇਹਨੇ। ਹਾਂਜੀ। ਪੂਰਬ ਜਨਮ ਮਹੰਤ ਇਹ ਵਿਦਿਤਿਓ ਜਗ ਭਾਰੀ। ਮਹਾਰਾਜ ਕਹਿਣ ਲੱਗੇ ਵੀ ਫਿਰ ਸੁਣੋ, ਪਹਿਲੇ ਜਨਮ ਦੇ ਵਿੱਚ ਇਹ ਮਹੰਤ ਸੀਗਾ, ਮਹੰਤ ਸੀ ਤੇ ਬੜਾ ਪ੍ਰਸਿੱਧ ਸੀਗਾ। ਹਾਂਜੀ। ਚੌਦਿਸ਼ ਕੇ ਨਰ ਮੰਨਤਾ ਕਰ ਸੀਸ ਨਿਵਾਵੈ। ਚਾਰੇ ਪਾਸਿਓਂ ਲੋਕ ਆਉਂਦੇ, ਇਹਨੂੰ ਮੱਥਾ ਟੇਕਦੇ ਹੁੰਦੇ ਸੀਗੇ। ਮਹੰਤ ਭਾਵ ਗੁਰੂ ਬਣਿਆ ਹੋਇਆ ਸੀਗਾ ਜੀ। ਅਨੇਕ ਪਦਾਰਥ ਆਨ ਕਰ ਇਸ ਕੋ ਅਰ ਪਾਵੈ। ਤੇ ਇਹਨੂੰ ਬੜੇ ਬੜੇ ਪਦਾਰਥ, ਵਧੀਆ ਤੋਂ ਵਧੀਆ ਪਦਾਰਥ ਇਹਨੂੰ ਲੋਕ ਲਿਆ ਕੇ ਦਿੰਦੇ ਹੁੰਦੇ ਸੀਗੇ ਜੀ। ਆ ਮੈਂ ਵੇਖਿਆ, ਜਿਨ੍ਹਾਂ ਨੂੰ ਤਰ੍ਹਾਂ ਤਰ੍ਹਾਂ ਦੇ ਵਧੀਆ ਵਧੀਆ ਪਦਾਰਥ ਲਿਆ ਕੇ ਲੋਕ ਦਿੰਦੇ ਨਾ, ਮੁੜ ਵਿਗੜ ਹੀ ਜਾਂਦੇ ਜੀ ਉਹ। ਫਿਰ ਸਤਿਗੁਰੂ ਅੱਗੇ ਅਰਦਾਸ ਕਰਿਆ ਕਰੋ, ਮਹਾਰਾਜ ਸਾਨੂੰ ਭਾਵੇਂ ਛੋਟੇ ਹੀ ਰੱਖਿਓ, ਪਰ ਬਣਾ ਕੇ ਆਪਣੇ ਸਿੱਖ ਰੱਖਿਓ। ਇਹ ਮੰਤੀ ਬੜੀ ਖਤਰਨਾਕ ਤੇ। ਹਾਂਜੀ। ਜਿਤੇ ਕਿਰਮ ਤਨ ਮਹਿ ਪਰੇ ਸਗਰੇ ਤਬ ਚੇਲੇ। ਮਹਾਰਾਜ ਕਹਿੰਦੇ ਇਹਦੇ ਤਨ ਵਿੱਚ, ਇਹਦੇ ਸਰੀਰ 'ਚ ਜਿਹੜੇ ਕੀੜੇ ਆ ਨਾ, ਇਹ ਕੋਈ ਹੋਰ ਨਹੀਂ ਹੈ, ਇਹ ਪਿਛਲੇ ਜਨਮ 'ਚ ਸੱਪ ਸੀ। ਇਹ ਜਿਹੜੇ ਕੀੜੇ ਪਿਛਲੇ ਜਨਮ 'ਚ ਇਹਦੇ ਚੇਲੇ ਸੀਗੇ, ਕਹਿੰਦੇ ਚੇਲੇ ਸੀ। ਸਾਧ ਸੰਗਤ ਜੀ, ਫਿਰ ਇਹੋ ਜਿਹੇ ਕੱਚਿਆਂ ਨੂੰ ਗੁਰੂ ਕਿਉਂ ਧਾਰਨ ਕਰਨਾ। ਜਿਹੜੇ ਇਹੋ ਜਿਹੇ ਕੱਚਿਆਂ ਦੇ ਚੇਲੇ ਬਣਦੇ ਨਾ ਜੀ, ਉਹ ਫਿਰ ਅਗਲੇ ਜਨਮ 'ਚ ਕੀੜੇ ਹੀ ਬਣਦੇ ਆ।
ਮਹਾਰਾਜ ਬਾਣੀ ਚ ਕਹਿੰਦੇ ਕਾਚੇ ਗੁਰ ਤੇ ਮੁਕਤ ਨਾ ਹੁਆ, ਕਾਚੇ ਗੁਰ ਤੇ ਮੁਕਤ ਨਾ ਹੁਆ। ਕਾਚੇ ਗੁਰ ਤੇ ਮੁਕਤ ਨਾ ਹੁਆ, ਕਾਚੇ ਗੁਰ ਤੇ ਮੁਕਤ ਨਾ ਹੁਆ। ਕਾਚੇ ਗੁਰ ਤੇ ਮੁਕਤ ਨਾ ਹੁਆ, ਕਾਚੇ ਗੁਰ ਤੇ ਮੁਕਤ ਨਾ ਹੁਆ। ਕੱਚੇ ਨੂੰ ਗੁਰੂ ਬਣਾਓਗੇ ਤੇ ਮੁਕਤੀ ਨਹੀਂ ਹੋਏਗੀ। ਉਹ ਬੰਦੇ ਜਿਹੜੇ ਇਹਦੇ ਚੇਲੇ ਸੀਗੇ, ਬੜੇ ਬੜੇ ਪਦਾਰਥ ਇਹਨੂੰ ਲਿਆ ਕੇ ਦਿੰਦੇ, ਆਪ ਇਹ ਕੱਚਾ ਸੀਗਾ ਤੇ ਚੇਲੇ ਅੱਗੋਂ ਬਣਾ ਲਏ, ਤੇ ਚੇਲੇ ਹੁਣ ਨਾਲ ਹੀ ਕੀੜੇ ਬਣ ਕੇ ਇਹਨੂੰ ਹੀ ਖਾਂਦੇ ਹੈ ਜੀ। ਉਹ ਪਿਛਲੇ ਜਨਮਾਂ ਦਾ ਹਿਸਾਬ ਕਿਤਾਬ ਲੈ ਰਹੇ ਹੈ ਜੀ। ਹਾਂਜੀ। ਹੋਏ ਵਡਾਈ ਜਗਤ ਵੱਡ, ਇਸ ਹਿਤ ਕਰ ਮੇਲੇ। ਮਹਾਰਾਜ ਕਹਿੰਦੇ ਇਹ ਚੇਲੇ ਇਕੱਠੇ ਕਿਉਂ ਹੋਏ ਸੀ? ਕਿਉਂਕਿ ਇਹਦੀ ਵਡਿਆਈ ਬੜੀ ਸੀਗੀ। ਹਾਂਜੀ। ਅਹੰਕਾਰ ਔਰ ਮੈਂ ਵੱਡੋ, ਮਮ ਸਾਹਮਣੇ ਹੈ ਦੂਜਾ। ਇਹ ਫਿਰ ਹੰਕਾਰ ਵਿੱਚ ਆ ਗਿਆ ਵੀ ਮੇਰੇ ਵਰਗਾ ਤੇ ਦੂਜਾ ਹੈ ਹੀ ਕੋਈ ਨਹੀਂ। ਹਾਂਜੀ। ਕਰਹਿ ਦੇਸ਼ ਸਭ ਬੰਦਨਾ, ਚਰਨਨ ਕੀ ਪੂਜਾ। ਇਹ ਸਾਰਾ ਦੇਸ਼ ਮੈਨੂੰ ਮੰਨਦਾ, ਮੇਰੇ ਚਰਨਾਂ ਦੀ ਪੂਜਾ ਕਰਦਾ। ਹਾਂਜੀ। ਸਿਮਰਿਓ ਨਹਿ ਕਰਤਾ ਪੁਰਖ, ਸ਼ੁਭ ਕਰਮ ਨ ਕੀਨਾ। ਮਹਾਰਾਜ ਕਹਿੰਦੇ ਕੋਈ ਪਿਛਲਾ ਕਰਮ ਸੀ, ਲੋਕ ਇਹਦੀ ਪੂਜਾ ਕਰਨ ਲੱਗ ਪਏ, ਪਰ ਅੱਗੋਂ ਇਹਨੇ ਨਾ ਸ਼ੁਭ ਕਰਮ ਕੀਤਾ, ਨਾ ਵਾਹਿਗੁਰੂ ਦਾ ਨਾਮ ਹੀ ਜਪਿਆ, ਪੂਜਾ ਚ ਪੈ ਗਿਆ। ਮੈਂ ਅੱਗੇ ਵੀ ਇੱਕ ਵਾਰੀ ਗੱਲ ਦੱਸੀ ਤੁਹਾਨੂੰ, ਸ਼ਾਇਦ ਪੌਂਟਾ ਸਾਹਿਬ ਕੀਤੀ ਸੀ ਗੱਲ। ਇੱਕ ਮਾਤਾ 1.25 ਲੱਖ ਜਪਜੀ ਸਾਹਿਬ ਦਾ ਪਾਠ ਕੀਤਾ ਜੀ ਉਹਨੇ। 1.25 ਲੱਖ ਜਪਜੀ ਸਾਹਿਬ ਥੋੜਾ ਨਹੀਂ ਹੁੰਦਾ। 3 ਸਾਲ ਤੇ 4 ਕੁ ਮਹੀਨੇ ਲੱਗੇ ਜੀ ਉਹਨੂੰ ਜੀ। ਇੱਕ ਕਮਰੇ 'ਚ ਬਹਿ ਕੇ ਉਹਨੇ ਇੰਨੀ ਬਾਣੀ ਪੜ੍ਹੀ। ਹੁਣ ਜਦੋਂ ਇੰਨੀ ਬਾਣੀ ਪੜ੍ਹੀ ਹੋਵੇ ਤੇ ਉਹਨੂੰ ਜਰਨਾ ਵੀ ਤੇ ਆਉਣਾ ਚਾਹੀਦਾ ਨਾ ਜੀ। ਹਾਂਜੀ। ਉਹ ਵਿਚਾਰੀ ਮਾਤਾ ਭੋਲੀ ਸੀਗੀ, ਲੋਕ ਮੱਥਾ ਟੇਕਣ ਲੱਗ ਪਏ ਜੀ ਉਹਨੂੰ। ਬੜੇ ਬੜੇ ਅਮੀਰ ਬੰਦੇ ਉਹਦੇ ਚੇਲੇ ਬਣ ਗਏ ਜੀ। ਤੇ ਹੁਣ ਉਹ ਇਸੇ ਚੱਕਰ 'ਚ ਫਸੀ, ਨਿਕਲ ਨਹੀਂ ਸਕਦੀ ਜੀ। ਆਖੋ ਵਾਹਿਗੁਰੂ। ਗੁਰੂ ਜੀ ਮਿਹਰ ਕਰਨ, ਉਹਨੇ ਬਾਣੀ ਬੜੀ ਪੜ੍ਹੀ ਹੈ ਜੀ। ਬਾਣੀ ਬੜੀ ਪੜ੍ਹੀ, ਮੈਂ ਨਿੰਦਿਆ ਨਹੀਂ ਕਰਦਾ, ਪਰ ਜਦੋਂ ਬੰਦਾ ਪੂਜਾ ਕਰਾਉਣ ਲੱਗ ਪੈਂਦਾ ਹੈ ਨਾ, ਪੂਜਾ ਫਿਰ ਖਤਰਨਾਕ ਹੁੰਦੀ ਹੈ ਜੀ। ਇਸੇ ਕਰਕੇ ਕਈ ਗੁਰਮੁਖ ਮਹਾਤਮਾਵਾਂ ਦੇ ਜੀਵਨ ਵੇਖੇ, ਉਹਨਾਂ ਲਾਗੇ ਨਹੀਂ ਕਿਸੇ ਨੂੰ ਆਉਣ ਦਿੱਤਾ, ਗੋਡੇ ਹੱਥੀ ਨਹੀਂ ਲਾਉਣ ਦਿੱਤੇ ਜੀ ਕਦੀ ਜੀ। ਹਾਂਜੀ। ਗਨ ਚੇਲਨ ਕਰ ਬੋ ਭਜਨ, ਉਪਦੇਸ਼ ਨ ਦੀਨਾ। ਮਹਾਰਾਜ ਕਹਿੰਦੇ ਵੀ ਸਿਮਰਿਓ ਨਹਿ ਕਰਤਾ ਪੁਰਖ, ਕੁਛ ਕਰਮ ਨ ਕੀਨਾ। ਗਨ ਚੇਲਨ ਕਰਬੋ ਭਜਨ, ਉਪਦੇਸ਼ ਨਾ ਦੀਨਾ। ਸਾਰੇ ਚੇਲਿਆਂ ਨੂੰ ਭਜਨ ਕਰਨ ਦਾ ਤੇ ਉਪਦੇਸ਼ ਹੀ ਨਹੀਂ ਦਿੱਤਾ ਵੀ ਨਾਮ ਜਪਿਆ ਕਰੋ। ਹਾਂਜੀ। ਹੰਕਾਰਤ ਹੀ ਮਰ ਗਇਓ, ਜੂਨੀ ਇਹ ਪਾਈ। ਮਹਾਰਾਜ ਕਹਿੰਦੇ ਫਿਰ ਇਹ ਹਉਮੈ ਵਿੱਚ, ਹੰਕਾਰ ਵਿੱਚ ਮਰ ਗਿਆ। ਇਹ ਕਹਿੰਦੇ ਸੱਪ ਨੂੰ। ਮਹਾਰਾਜ ਕਹਿੰਦੇ ਫਿਰ ਜ਼ਹਿਰੀਲਾ ਸੱਪ ਬਣਿਆ ਇਹ। ਹਾਂਜੀ। ਲੋਕ ਪਰਲੋਕ ਸੁਖ ਤੇ ਰੱਖੇ, ਸੋ ਕ੍ਰਿਮ ਸਮੁਦਾਈ। ਤੇ ਜਿਹੜੇ ਚੇਲਿਆਂ ਨੂੰ ਕਹਿੰਦਾ ਸੀ ਨਾ ਲੋਕ ਪਰਲੋਕ ਦੇ ਸੁੱਖ ਦਿਆਂਗਾ, 6ਵੇਂ ਪਾਤਸ਼ਾਹ ਕਹਿੰਦੇ ਉਹ ਸਾਰੇ ਚੇਲੇ ਕੀੜੇ ਬਣੇ ਜੀ। ਹਾਂਜੀ। ਕਾਟ ਕਾਟ ਗਨ ਖਾਤ ਹੈ, ਨਹਿ ਇਨੇ ਉਧਾਰਾ। ਇਹ ਫਿਰ ਉਹਨਾਂ ਦਾ ਉਧਾਰ ਤੇ ਕਰ ਨਹੀਂ ਸਕਿਆ। ਉਹ ਹੁਣ ਇਹਦਾ ਮਾਸ ਵੱਢ ਵੱਢ ਖਾਣ ਦੇ ਵੀ ਦੱਸ ਸਾਡਾ ਉਧਾਰ ਕਿਉਂ ਨਹੀਂ ਕੀਤਾ। ਚੀਜ਼ਾਂ ਤੇ ਸਾਡੇ ਕੋਲ ਬੜੀਆਂ ਲਈਆਂ ਹੀ, ਤੇ ਸਾਡਾ ਉਧਾਰ ਕਿਉਂ ਨਹੀਂ ਉਹ ਕੀਤਾ। ਹਾਂਜੀ। ਪਲਟਾ ਪੂਰਬ ਜਨਮ ਕੋ, ਲੇਤੇ ਇਸ ਬਾਰਾ। ਮਹਾਰਾਜ ਕਹਿਣ ਲੱਗੇ ਜਿਹੜੇ ਚੇਲੇ ਆ ਨਾ, ਇਹ ਸਭ ਪਿਛਲੇ ਜਨਮਾਂ ਦੇ ਇਹ ਜਿਹੜੇ ਕੀੜੇ ਨੇ ਨਾ, ਇਹ ਪਿਛਲੇ ਜਨਮਾਂ ਦੇ ਚੇਲੇ ਨੇ ਇਹਦੇ। ਹਾਂਜੀ। ਆਪ ਨਾ ਉਧਰਿਓ ਜਗਤ ਤੇ, ਨੈ ਸਿੱਖ ਉਬਾਰੇ। ਤੇ ਪਿਛਲੇ ਜਨਮਾਂ ਦੇ ਚੇਲੇ ਨੇ ਤੇ ਆਪਣਾ ਹਿਸਾਬ ਕਿਤਾਬ ਹੁਣ ਬਰਾਬਰ ਕਰ ਰਹੇ ਆ। ਆਪ ਨਾ ਉਧਰਿਓ ਜਗਤ ਤੇ, ਨਾ ਮਹਾਰਾਜ ਕਹਿੰਦੇ ਇਹਦਾ ਆਪਣਾ ਹੀ ਉਧਾਰ ਹੋਇਆ, ਤੇ ਨਹ ਸਿੱਖ ਉਬਾਰੇ।
ਤੇ ਨਾ ਆਪਣੇ ਚੇਲਿਆਂ ਨੂੰ ਹੀ ਬਚਾ ਸਕਿਆ। ਜਿਹੜਾ ਆਪ ਹੀ ਡੁੱਬ ਰਿਹਾ ਉਹ ਦੂਜੇ ਨੂੰ ਕਿਵੇਂ ਬਚਾਏਗਾ? ਸਾਧ ਸੰਗਤ ਜੀ, ਇੱਥੇ ਤੇ ਓਏ ਆਪ ਤਰੇ ਸ੍ਰਿਸ਼ਟ ਸਭ ਤਾਰੀ, ਸਭ ਕੁਲ ਵੀ ਪਾਰ ਪਿਆ। ਜਿਹੜੇ ਆਪ ਤਰਦੇ ਉਹਨਾਂ ਦੀਆਂ ਗੱਲਾਂ ਨੇ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਇਹ ਤਾਂ ਵਿਚਾਰਾ ਆਪ ਫਸਿਆ, ਮਹਾਰਾਜ ਕਹਿੰਦੇ। ਹਾਂਜੀ, ਨਿਜ ਮਨਤਾ ਕੇ ਹੇਤ ਕਰ, ਸ਼ੁਭ ਕਾਜ ਵਿਸਾਰੇ। ਬਸ ਆਪਣੀ ਮਨਤਾ ਵਧਾਈ ਵੀ ਮੈਨੂੰ ਲੋਕ ਮੰਨਣ। ਇਸੇ ਕਰਕੇ ਕਈ ਗੁਰਮੁਖ ਬੜਾ ਜਪ ਤਪ ਕਰਦੇ ਪਰ ਛੁਪੇ ਰਹਿੰਦੇ ਆ ਜੀ। ਮੈਨੂੰ ਲੋਕ ਮੰਨਣ, ਮਹਾਰਾਜ ਕਹਿੰਦੇ ਇਹਨੇ ਇਹੋ ਕੁਝ ਹੀ ਸੋਚਿਆ। ਹਾਂਜੀ, ਇਨ ਸਮ ਕੀ ਗਤ ਦੇਖ ਕਰ, ਜਿਹਨੇ ਸਿਮਰਨ ਤੇ। ਚੰਗੇ ਕੰਮ ਤੇ ਭੁੱਲ ਹੀ ਗਿਆ ਏ। ਤੇ ਇਨ ਸਮ ਕੀ ਗਤ ਦੇਖ ਕਰ, ਜੇ ਨਹਿ ਸਿਮਰਨ ਤੇ। ਹੁਣ ਗੁਰੂ ਹਰਗੋਬਿੰਦ ਸਾਹਿਬ ਸਾਨੂੰ ਵੀ ਕਹਿੰਦੇ ਆ, ਆਖੋ ਸ੍ਰੀ ਵਾਹਿਗੁਰੂ। ਸ਼੍ਰੀ ਵਾਹਿਗੁਰੂ। ਫੇਰ ਆਖੋ ਸ਼੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਜੇ ਇਹੋ ਜਿਹਿਆਂ ਵੱਲ ਵੇਖ ਕੇ ਵੀ ਜਿਹੜਾ ਰੱਬ ਦਾ ਨਾਮ ਨਹੀਂ ਨਾ ਜਪਦਾ। ਸ਼੍ਰੀ ਨਾਨਕ ਜੀ ਸ਼ਬਦ ਇੱਕ ਉਚਰਿਓ ਹਿਤਵੰਤੇ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਇੱਕ ਸ਼ਬਦ ਉਚਾਰਿਆ, ਸ਼ਲੋਕ ਉਚਾਰਿਆ। ਸ਼ਲੋਕ ਮਹੱਲਾ ਪਹਿਲਾ। ਸ਼ਲੋਕ ਮਹੱਲਾ ਪਹਿਲਾ। ਕੁਲਹਾਂ ਦੇਂਦੇ ਬਾਵਲੇ, ਲੈਂਦੇ ਵੱਡੇ ਨਿਲਾਜ। ਮਹਾਰਾਜ ਕਹਿੰਦੇ ਕੁਲਹਾਂ ਦੇਂਦੇ ਬਾਵਲੇ, ਲੈਂਦੇ ਵੱਡੇ ਨਿਲੱਜ। ਕੁਲਹਾਂ ਉਂਝ ਇਹਦਾ ਅਰਥ ਟੋਪੀਆਂ ਵੀ ਆ। ਹਾਂਜੀ, ਤੇ ਕੁਲਹਾਂ ਜੀ ਹਜ਼ੂਰੀ ਵੀ ਆ। ਵਾਹ ਜੀ ਵਾਹ, ਸਾਡੇ ਮਹੰਤ ਸਾਹਿਬ ਆਏ, ਸਾਡੇ ਮਹੰਤ ਸਾਹਿਬ ਆਏ, ਸਾਡੇ ਸਾਹਿਬ ਜੀ ਆਏ ਆ, ਸਾਡੇ ਸਾਹਿਬ ਜੀ ਆਏ ਆ। ਤੇ ਸਾਹਿਬ ਜੀ ਅੱਗੋਂ ਫੁੱਲ ਕੇ ਚੌੜਾ ਹੋ ਕੇ ਹੋਰ ਬਹਿੰਦੇ ਆ ਜੀ। ਵੀ ਵਾਹ ਵਾਹ ਵਾਹ, ਮੇਰੇ ਮੈਂ ਹੀ ਹੈਗਾ ਸਾਰਾ ਕੁਝ। ਆਖੋ ਵਾਹਿਗੁਰੂ। ਇਹ ਹਾਂਜੀ, ਉਹ ਇੱਕ ਮਹਾਂਪੁਰਖ ਭਗਤ ਗੁਰਕਿਰਪਾਲ ਸਿੰਘ ਜੀ ਬੈਠੇ ਅੰਬਾਲੇ ਵਿੱਚ, ਤੇ ਦੋ ਬੰਦੇ ਆ ਗਏ। ਹਾਂਜੀ, ਕਹਿੰਦੇ ਜੀ ਇਹ ਸਾਡੇ ਸਾਹਿਬ ਜੀ ਹੈਗੇ ਆ। ਤੇ ਦੂਜਾ ਉਹਨੂੰ ਕਹਿੰਦਾ ਨਹੀਂ ਜੀ ਇਹ ਸਾਡੇ ਕਰਤਾ ਧਰਤਾ ਹੈਗੇ ਆ। ਕਹਿੰਦੇ ਅਸੀਂ ਐਵੇਂ ਖਪਣ ਨਏ ਹਾਂ, ਸਾਹਿਬ ਨੂੰ ਤਾਂ ਲੱਭਣ ਨਏ ਆ, ਤੇ ਕਰਤਾ ਧਰਤਾ ਪਰਮੇਸ਼ਰ ਉਹਨੂੰ ਵੀ ਲੱਭਣ ਨਏ ਹਾਂ। ਤੇ ਸਾਨੂੰ ਕੀ ਪਤਾ ਸੀ ਵੀ ਸਾਹਿਬ ਵੀ ਆ ਜਾਣਾ ਤੇ ਕਰਤਾ ਧਰਤਾ ਵੀ ਸਾਡੇ ਕੋਲ ਆਪੇ ਆ ਜਾਣਾ। ਉਹ ਬੜੇ ਸ਼ਰਮਿੰਦੇ ਹੋਏ ਜੀ। ਹਾਂਜੀ, ਕੁਲਹਾਂ ਦੇਣੀਆਂ, ਬੜੀਆਂ ਬੜੀਆਂ ਤਾਰੀਫਾਂ ਕਰਨੀਆਂ, ਗੁਣ ਹੋਣੇ ਨਾ ਤਾਂ ਤਾਰੀਫਾਂ ਕਰੀ ਜਾਣੀਆਂ। ਝੋਲੀ ਚੁੱਕ ਬਾਵਲੇ ਲੋਕ ਹੈ ਨਾ ਜਿਹੜੇ, ਉਹ ਕਹਿੰਦੇ ਸਾਡੇ ਸਾਹਿਬ ਜੀ ਆਏ ਨੇ, ਹੈਂ ਸਾਡੇ ਮਾਲਕ ਆਏ ਨੇ। ਤਾਂ ਉਹ ਚੌੜਾ ਹੋ ਕੇ ਬਹਿੰਦਾ। ਨਿਲੱਜ, ਨਿਲੱਜ ਕਹਿੰਦੇ ਬੇਸ਼ਰਮ ਨੂੰ। ਦੇਣ ਵਾਲਾ ਮੂਰਖ, ਝੂਠੀਆਂ ਤਾਰੀਫਾਂ ਕਰਨ ਵਾਲਾ ਮੂਰਖ, ਤੇ ਝੂਠੀਆਂ ਤਾਰੀਫਾਂ ਕਰਾਉਣ ਵਾਲਾ ਬੇਸ਼ਰਮ ਆਦਮੀ। ਮਹਾਰਾਜ ਕਹਿੰਦੇ ਆਖੋ ਧੰਨ ਗੁਰੂ ਨਾਨਕ ਦੇਵ ਜੀ। ਚੂਹਾ ਖੱਡ ਨਾ ਮਾਵਈ, ਤਿੱਕਲ ਬੰਨੇ ਛੱਜ। ਮਹਾਰਾਜ ਕਹਿੰਦੇ ਇਹ ਤੇ ਉਸ ਚੂਹੇ ਵਰਗਾ ਹੈਗਾ ਜਿਹਦੇ ਪਿੱਛੇ ਛੱਜ ਵੱਜ ਗਿਆ ਜੀ। ਉਹ ਕਹਾਣੀ ਤੇ ਤੁਹਾਨੂੰ ਪਤਾ ਹੀ ਹੈ। ਹਾਂਜੀ, ਚੂਹੇ ਇਕੱਠੇ ਹੋ ਗਏ ਜੀ, ਬਿੱਲੀ ਆਉਂਦੀ ਸਾਨੂੰ ਬੜਾ ਹੀ ਤੰਗ ਕਰਦੀ। ਕਹਿੰਦੇ ਅੱਛਾ, ਤੇ ਚਲੋ ਕੋਈ ਨਹੀਂ, ਬਿੱਲੀ ਦੇ ਗਲ 'ਚ ਟੱਲੀ ਬੰਨ੍ਹ ਦਿੰਦੇ। ਉਹ ਮੀਟਿੰਗ ਕਰਨ ਦਾ ਇਹ। ਤੇ ਚੂਹੇ ਕਹਿੰਦੇ ਵੀ ਕੋਈ ਬਾਕੀਆਂ ਦੀ ਵੀ ਸਭਾ ਹੈਗੀ, ਤੇ ਬਾਕੀਆਂ ਦੇ ਵੀ ਪ੍ਰਧਾਨ ਹੁੰਦੇ, ਤੇ ਸਾਡਾ ਵੀ ਪ੍ਰਧਾਨ ਚਾਹੀਦਾ। ਉਹ ਇੱਕ ਨੂੰ ਪ੍ਰਧਾਨ ਬਣਾਤਾ ਜੀ। ਉਹ ਪ੍ਰਧਾਨ ਕਹਿੰਦਾ ਵੀ ਮੇਰੀ ਵਿਸ਼ੇਸ਼ਤਾ ਵੀ ਤੇ ਹੋਣੀ ਚਾਹੀਦੀ ਆ ਕਿ ਮੈਂ ਵੀ ਤੁਹਾਡੇ ਵਰਗਾ ਹੀ ਲੱਗਦਾ, ਮੈਂ ਖਾਸ ਵਿਖਣਾ ਚਾਹੀਦਾ। ਉਹਦੇ ਪੂਛ ਨੂੰ ਛੱਜ ਬੰਨ੍ਹਤਾ ਜੀ, ਛੱਜ ਬੰਨ੍ਹਤਾ। ਤੇ ਜਦੋਂ ਆ ਗਈ ਨਾ ਜੇ ਬਿੱਲੀ, ਸਭ ਚੂਹੇ ਖੁੱਡਾਂ 'ਚ ਵੜ ਗਏ ਜੀ। ਹਾਂਜੀ, ਸਭ ਚੂਹੇ ਖੁੱਡਾਂ 'ਚ ਵੜ ਗਏ। ਤੇ ਜਦੋਂ ਇਹ ਵੜਿਆ, ਇਹਦੀ ਪੂਛ ਨੂੰ ਤੇ ਵੱਜਾ ਸੀ ਛੱਜ। ਤੇ ਖੱਡ 'ਚ ਜਾਵੇ ਨਾ, ਉਹ ਬਥੇਰਾ ਯਤਨ ਕਰੇ ਖੱਡ 'ਚ ਜਾਵੇ ਨਾ, ਉਹ ਫਿਰ ਚੂਹੀ ਦੇ ਹੱਥ ਆ ਗਿਆ ਜੀ। ਮਹਾਰਾਜ ਕਹਿੰਦੇ ਇਹੋ ਹੀ ਹਾਲ 'ਚ ਚੂਹਾ ਖੱਡ ਨਾ ਮਾਵਈ, ਤਿੱਕਲ ਬੰਨੈ ਛੱਜ। ਜਿਵੇਂ ਚੂਹੇ ਦੀ ਪੂਛ ਨੂੰ ਛੱਜ ਬੰਨ੍ਹ ਦਿਓ, ਉਹ ਖੁੱਡ 'ਚ ਨਹੀਂ ਵੜਦਾ, ਭਾਵ ਉਹ ਬਾਅਦ 'ਚ ਉਹਦਾ ਬਚਾਅ ਨਹੀਂ ਹੁੰਦਾ। ਇਹ ਲੋਕਾਂ ਨੇ ਛੱਜ ਹੀ ਬੰਨੇ ਆ।
ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਜੇ ਤਿਸ ਨਦਰ ਨਾ ਆਵਈ ਤਾ ਬਾਤ ਨਾ ਪੁੱਛੈ ਕੇ। ਹਾਂਜੀ ਦੇਨ ਦੁਆਈ ਸੇ ਮਰਹਿ ਜਿਨ ਕਉ ਦੇਨ ਸੇ ਜਾਹੇ। ਮਹਾਰਾਜ ਕਹਿਣ ਲੱਗੇ ਜਿਹੜੇ ਬੜੀਆਂ ਬੜੀਆਂ ਸੀਸਾਂ ਦਿੰਦੇ ਉਹ ਮਰ ਜਾਣਗੇ। ਭਾਵ ਬੜੀਆਂ ਝੂਠੀਆਂ ਤਾਰੀਫਾਂ ਕਰਦੇ ਉਹ ਇੱਕ ਦਿਨ ਉਹਨਾਂ ਮਰ ਜਾਣਾ। ਜਿਨ ਕੋ ਦੇਨ ਸੇ ਜਾਹੇ, ਤੇ ਜਿਨ੍ਹਾਂ ਦੀਆਂ ਝੂਠੀਆਂ ਤਾਰੀਫਾਂ ਕਰਨ ਦੇ ਉਹਨਾਂ ਵੀ ਮਰ ਜਾਣਾ। ਹਾਂਜੀ ਨਾਨਕ ਹੁਕਮ ਨਾ ਜਾਪਈ ਕਿੱਥੈ ਜਾਏ ਸਮਾਹੇ। ਮਹਾਰਾਜ ਕਹਿੰਦੇ ਇਹ ਨਹੀਂ ਜਾਣਿਆ ਜਾ ਸਕਦਾ ਫਿਰ ਰੱਬ ਦੀ ਰਜ਼ਾ ਦਾ ਵੀ ਕਿੱਥੇ ਥਾਂ ਮਿਲਣੀ ਉਹਨਾਂ ਨੂੰ ਜੀ। ਭਾਵ ਕਿਤੇ ਥਾਂ ਬਾਅਦ ਚੋਂ ਮਿਲਦੀ ਨਹੀਂ ਜੀ। ਹਾਂਜੀ ਦੋਹਰਾ ਕਰ ਨਾ ਸਕੈ ਆਪਣੋ ਭਲੋ। ਆਪਣਾ ਭਲਾ ਤੇ ਕਰ ਨਹੀਂ ਸਕਦੇ ਜੀ। ਹਾਂਜੀ ਗੁਰ ਮਿਲ ਪਾਏ ਨਾ ਗਿਆਨ। ਨਾ ਕਦੀ ਗੁਰੂ ਨੂੰ ਮਿਲੇ, ਨਾ ਕੋਈ ਗਿਆਨ ਵਾਲੀ ਅਵਸਥਾ ਹੀ ਪ੍ਰਾਪਤ ਹੋਈ ਜੀ ਜ਼ਿੰਦਗੀ ਦੇ ਵਿੱਚ। ਔਰ ਅੰਧੇ ਅਹੰਕਾਰ ਤੇ। ਪਰ ਹੰਕਾਰ ਬੜਾ ਵੱਧ ਗਿਆ ਜੀ। ਮਨੋ ਅੰਧੇ ਨੇ, ਅੰਨੇ ਨੇ। ਹਾਂਜੀ ਨਹਿ ਪ੍ਰਭ ਸਿਮਰਨ ਠਾਨ। ਤੇ ਕਦੀ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ, ਕਦੀ ਨਾਮ ਨਹੀਂ ਜਪਿਆ। ਹਾਂਜੀ ਹਿਤ ਮਨਤਾ ਕਰ ਜਤਨ ਬਹੁ। ਪਰ ਪੂਜਾ ਕਰਾਉਣੀ ਚਾਹੁੰਦੇ ਆਪਣੀ, ਤੇ ਪੂਜਾ ਕਰਾਉਣ ਵਾਸਤੇ ਯਤਨ ਵੀ ਬੜੇ ਕਰਦੇ ਜੀ। ਉਹ ਚੇਲੇ ਬ੍ਰਿੰਦ ਬਣਾਏ। ਬੜੇ ਬੜੇ ਚੇਲੇ ਬਣਾ ਲੈਂਦੇ, ਆ ਵੀ ਮੇਰਾ ਚੇਲਾ, ਉਹ ਵੀ ਮੇਰਾ ਚੇਲਾ। ਹਾਂਜੀ ਤਿਨ ਕੀ ਹੋਵਤ ਅਸ ਦਸ਼ਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਫਿਰ ਉਹਨਾਂ ਦੀ ਇਹੋ ਦਸ਼ਾ ਹੁੰਦੀ, ਆਪ ਬਣਦੇ ਸੱਪ ਤੇ ਚੇਲੇ ਬਣਦੇ ਕੀੜੇ। ਹਾਂਜੀ ਬਹੁ ਜੂਨੀ ਪਰਮਾਏ। ਬੜੀਆਂ ਜੂਨਾਂ ਦੇ ਵਿੱਚ ਭਟਕਦੇ ਨੇ ਉਹ। ਹਾਂਜੀ ਹੁਤੋ ਸੁਕਰਮ ਵਿਸ਼ੇਸ਼ ਇਸ ਹਾਂਜੀ ਆਏ ਪ੍ਰਿਓ ਸ਼ਰਨਾਏ। ਪਰ ਜਿਨ੍ਹਾਂ ਦੇ ਚੰਗੇ ਕਰਮ ਹੁੰਦੇ ਨੇ, ਜਿਵੇਂ ਤੁਸੀਂ ਸਾਰੇ, ਅਸੀਂ ਸਾਰੇ ਹੀ, ਆਖੋ ਵਾਹਿਗੁਰੂ। ਚੰਗੇ ਕਰਮਾਂ ਦੀ ਨਿਸ਼ਾਨੀ ਕੀ ਹੈ? ਗੁਰੂ ਜੀ ਦੇ ਚਰਨਾਂ 'ਚ ਆ ਕੇ ਬੈਠੇ ਆ ਜੀ। ਹੋਰ ਕਿਹੜੀ ਨਿਸ਼ਾਨੀ ਹੈਗੀ? ਤੇ ਗੁਰੂ ਜੀ ਦੇ ਚਰਨਾਂ 'ਚ ਆ ਕੇ ਬੈਠੇ ਹੋ, ਇਹ ਘੱਟ ਨਿਸ਼ਾਨੀ ਹੈ ਨੀ। ਹੋ ਤੋ ਸੁਕਰਮ ਵਿਸ਼ੇਸ਼ ਇਸ ਅਸ ਪਰਿਓ ਸ਼ਰਨਾਏ। ਜਿਨ੍ਹਾਂ ਦੇ ਸੁਕਰਮ ਚੰਗੇ ਕਰਮ ਹੁੰਦੇ ਆ, ਉਹ ਫਿਰ ਗੁਰੂ ਜੀ ਦੀ ਸ਼ਰਨ 'ਚ ਆ ਕੇ ਬਹਿ ਜਾਂਦੇ। ਹਾਂਜੀ ਅਬ ਸ਼ੁਭ ਗਤ ਪ੍ਰਾਪਤ ਭਈ ਤਨ ਪਨੰਗ ਮੁਕਤਾਏ। ਉਹਨਾਂ ਨੂੰ ਚੰਗੀ ਗਤ ਪ੍ਰਾਪਤ ਹੁੰਦੀ ਹੈ। ਮਹਾਰਾਜ ਕਹਿੰਦੇ ਹੁਣ ਸੁਣ ਲਓ, ਇਹਦੇ ਕੋਈ ਚੰਗੇ ਭਾਗ ਸਨ, ਇਹ ਸੱਪ ਇੱਥੇ ਆ ਗਿਆ, ਇਹਨੂੰ ਚਰਨ ਲੱਗ ਗਿਆ, ਤੇ ਮਹਾਰਾਜ ਕਹਿੰਦੇ ਹੁਣ ਇਹਦਾ ਵੀ ਭਲਾ, ਇਹਦੇ ਚੇਲਿਆਂ ਦਾ ਵੀ ਭਲਾ ਹੋ ਗਿਆ ਜੀ। ਤੇ ਜੇ ਮਹਾਰਾਜ ਜਾਂਦੇ ਹੀ ਨਾ ਜੀ, ਤੇ ਫਿਰ ਭਲਾ ਹੋਣਾ ਸੀਗਾ ਜੀ। ਇਸ ਕਰਕੇ ਮਹਾਰਾਜ ਨੇ ਭਲਾ ਕੀਤਾ। ਹੁਣ 2 ਮਿੰਟ ਆਪਾਂ ਸਾਰੇ ਗੁਰਮੰਤਰ ਦਾ ਜਾਪ ਜਪੀਏ। ਵਾਹਿਗੁਰੂ। ਸਾਵਧਾਨ ਹੋਵੋ, ਗੱਜ ਕੇ ਆਖੋ, ਸੁਰਤ ਜੋੜੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੱਜ ਕੇ ਵਾਹਿਗੁਰੂ 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 ਵਾਹਿਗੁਰੂ। ਪ੍ਰੇਮ ਨਾਲ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਸੋ ਕਹੋ